ਆਪ ਲਿਓ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਗ੍ਰਾਮ ਬਾਸਨੇ ਤੇ ਸਤਿਗੁਰੂ ਕੀਨੋ ਅਗਰ ਪਿਆਨ। ਸੇਤ ਸਤਤ ਪੋਸ਼ਸ ਮਹਾ ਸੇਤ ਤੁਰੰਗ ਸੁਜਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ। ਮਹਾਰਾਜ ਜੀ ਨੇ ਜਿੱਥੇ ਮਾਲਵੇ ਦੇਸ਼ ਦੀ ਧਰਤੀ ਨੂੰ ਤਾਰਿਆ ਹੈ, ਉੱਥੋਂ ਬਾਂਗਰ ਦੇਸ਼ ਵਿੱਚ ਵੀ ਮਹਾਰਾਜ ਆਏ ਹਨ ਔਰ ਬਾਂਗਰ ਦੇ ਪਿੰਡਾਂ ਵਿੱਚੋਂ ਬਾਰਨੇ ਪਿੰਡ ਦੇ ਜ਼ਿਮੀਂਦਾਰ ਨੂੰ ਗੁਰਸਿੱਖੀ ਦੀ ਦਾਤ ਬਖਸ਼ੀ ਹੈ ਔਰ ਤੰਬਾਕੂ ਵਰਤਣ ਤੋਂ, ਤੰਬਾਕੂ ਬੀਜਣ ਤੋਂ, ਤੰਬਾਕੂ ਦੀ ਵਰਤੋਂ ਕਿਸੇ ਤਰ੍ਹਾਂ ਵੀ ਕਰਨ ਤੋਂ ਵਰਜਿਆ ਹੈ। ਇਸ ਇਲਾਕੇ ਵਿੱਚ ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਕਰਕੇ ਬਹੁਤ ਸਾਰੇ ਪਿੰਡਾਂ ਨੂੰ ਤਾਰਿਆ ਹੈ। ਸੋ ਉਸ ਤੋਂ ਅਗਲੀ ਕਥਾ ਸਤਿਗੁਰੂ ਜੀ ਕਿਸ ਪ੍ਰਕਾਰ ਨਾਲ ਕੁਰੂਕਸ਼ੇਤਰ ਧਰਮ ਖੇਤਰੇ ਕੁਰੂਕਸ਼ੇਤਰੇ ਜੋ ਹਿੰਦੁਸਤਾਨ ਦੇ 68 ਤੀਰਥਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਤੀਰਥ ਮੰਨਿਆ ਜਾਂਦਾ ਹੈ। ਕੁਰੂਕਸ਼ੇਤਰ ਜਿੱਥੇ ਸ੍ਰੀ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਸ੍ਰੀਮਦ ਭਾਗਵਤ ਗੀਤਾ ਦਾ ਗਿਆਨ ਬਖਸ਼ਿਸ਼ ਕੀਤਾ ਸੀ। ਉਸ ਪਵਿੱਤਰ ਪਾਵਨ ਧਰਤੀ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚਰਨ ਪਾਉਣਗੇ। ਆਓ ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਤਿਗੁਰੂ ਸਾਹਿਬ ਜੀ ਨੂੰ ਹਿਰਦੇ ਵਿੱਚ ਵਸਾ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਗ੍ਰਾਮ ਬਾਰਨੇ ਤੇ ਗੁਰੂ। ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਾਰਨੇ ਪਿੰਡ ਦੇ ਲੋਕਾਂ ਨੂੰ ਉਪਦੇਸ਼ ਦੇ ਕੇ ਤੰਬਾਕੂ ਆਦਿਕ ਨਸ਼ਿਆਂ ਤੋਂ ਰਹਿਤ ਕਰਕੇ ਉਥੇ ਸਿੱਖੀ ਸਿਦਕ ਭਰੋਸਾ ਦ੍ਰਿੜ ਕਰਾ ਕੇ ਕੀਨੋ ਅਗਰ ਪਿਆਨ ਅੱਗੇ ਨੂੰ ਚਾਲਾ ਪਾਇਆ ਹੈ। ਸੇਤ ਸਜਤ ਪੋਸ਼ਿਸ ਮਹਾ। ਅੱਜ ਮਹਾਰਾਜ ਨੇ ਚਿੱਟੇ ਰੰਗ ਦਾ ਹੀ ਪੁਸ਼ਾਕਾ ਪਹਿਨਿਆ ਹੈ, ਚਿੱਟਾ ਹੀ ਦਸਤਾਰਾ ਪਹਿਨ ਸਜਾਇਆ ਹੈ ਔਰ ਚਿੱਟੇ ਹੀ ਘੋੜੇ ਤੇ ਸਵਾਰ ਹਨ। ਚੌਪਈ ਗੁਰ ਸ਼ਮਸ਼ੇਰ ਦੁਤਿਆ ਦਿਸ ਭਾਥਾ। ਮਹਾਰਾਜ ਦੇ ਗਾਤਰੇ ਵਿੱਚ 3 ਫੁੱਟੀ ਸ੍ਰੀ ਸਾਹਿਬ ਬੜੀ ਸੁੰਦਰ ਸੋਨੇ ਦੇ ਮੁੱਠੇ ਵਾਲੀ ਸ਼ੋਭਾ ਪਾ ਰਹੀ ਹੈ ਤੇ ਸੱਜੇ ਮੋਢੇ ਉੱਤੇ ਤੀਰਾਂ ਦਾ ਭੱਥਾ ਲਟਕਾਇਆ ਹੋਇਆ ਹੈ। ਅਦਕ ਕਠੋਰ ਸਰਾਸਨ ਹਾਥਾ। ਔਰ ਬੜਾ ਭਾਰੀ ਕਠੋਰ 9 ਟੰਕਾ ਧਨੁਸ਼ ਗੁਰੂ ਸਾਹਿਬ ਦੇ ਹੱਥ ਵਿੱਚ ਹੈ। ਸ਼ਸਤਰਾਂ ਬਸਤਰਾਂ ਨਾਲ ਸਜੇ ਹੋਏ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਸੋਹਣੇ ਚਿੱਟੇ ਘੋੜੇ ਤੇ ਸਵਾਰ ਹੋ ਕੇ ਕੁਰੂਕਸ਼ੇਤਰ ਵੱਲ ਮੂੰਹ ਕੀਤਾ ਹੈ। ਸਭ ਸਮਾਜ ਯੁੱਧ ਪੰਥ ਪਧਾਰੇ। ਮਹਾਰਾਜ ਦੇ ਮਾਤਾ ਜੀ ਮਾਤਾ ਨਾਨਕੀ ਜੀ ਸੋਹਣੇ ਰੱਥ ਤੇ ਸਵਾਰ ਹਨ। ਮਾਤਾ ਗੁਜਰੀ ਜੀ ਡੋਲੇ 'ਚ ਸਵਾਰ ਹਨ। ਮਾਮਾ ਕਿਰਪਾਲ ਚੰਦ ਜੀ ਗੁਰੂ ਦੀਆਂ ਫੌਜਾਂ ਦੀ ਅਗਵਾਈ ਕਰ ਰਹੇ ਹਨ। ਬਹੁਤ ਸਾਰੇ ਸਾਧੂ ਸੰਤ ਮਹਾਤਮਾ ਗੁਰਸਿੱਖ ਨਾਲ ਬਾਣੀ ਪੜ੍ਹਦੇ ਹੋਏ ਨਾਮ ਜਪਦੇ ਹੋਏ ਤੁਰੇ ਜਾਂਦੇ ਹਨ। ਨਗਰ ਥਨੇਸਰ ਆਏ ਅਗਾਰੇ। ਬਾਰਨੇ ਤੋਂ ਮੂੰਹ ਕੀਤਾ ਹੈ ਸਤਿਗੁਰੂ ਜੀ ਨੇ ਥਨੇਸਰ ਵੱਲ। ਥਨੇਸਰ ਵੀ ਕਹਿੰਦੇ ਨੇ, ਇਹਨੂੰ ਕੁਰੂਕਸ਼ੇਤਰ ਵੀ ਕਹਿੰਦੇ ਨੇ। ਈਸ਼ਵਰ ਦਾ ਥਾਨ ਹੋਣ ਕਰਕੇ ਇਸ ਨੂੰ ਥਾਨੇਸਰ ਕਹਿੰਦੇ ਹਨ। ਜਦੋਂ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਭਗਵਾਨ ਨੇ ਮਧ ਕੀਟਵ ਨਾਮ ਦੇ ਰਾਖਸ਼ਾਂ ਨਾਲ ਯੁੱਧ ਕੀਤਾ ਸੀ ਤੇ ਉਹ ਜਿਹੜੇ ਰਾਖਸ਼ ਸਨ ਉਹਨਾਂ ਨੇ ਹੰਕਾਰ ਵਿੱਚ ਆ ਕੇ ਪਰਮੇਸ਼ਰ ਨੂੰ ਕਿਹਾ ਕਿ ਤੂੰ ਸਾਡੇ ਕੋਲੋਂ ਕੋਈ ਵਰ ਮੰਗ ਲੈ। ਦੈਤਨ ਰੀਝ ਕਯੋ ਵਰ ਮੰਗ। ਉਹ ਇੰਨਾ ਹੰਕਾਰ 'ਚ ਆ ਗਏ, ਕਹਿੰਦੇ ਵੀ ਅਸੀਂ 2 ਆ, ਇਹ ਇਕੱਲਾ ਸਾਡੇ ਨਾਲ ਲੜ ਰਿਹਾ ਹੈ, ਇਹਨੂੰ ਕੁਝ ਦਈਏ। ਜਦੋਂ ਬੰਦੇ 'ਚ ਹੰਕਾਰ ਆ ਜਾਂਦਾ ਉਹ ਰੱਬ ਨੂੰ ਵੀ ਦਾਤਾਂ ਦੇਣ ਲੱਗ ਪੈਂਦਾ ਹੈ। ਕਹਿੰਦੇ ਹੰਕਾਰੀ ਮਧ ਕੀਟ ਭਗਵਾਨ ਨੂੰ ਕਹਿੰਦੇ ਵਰ ਮੰਗ ਲੈ ਤੇ ਭਗਵਾਨ ਨੇ ਅੱਗੋਂ ਵਰ ਮੰਗ ਲਿਆ। ਕਹਿੰਦੇ ਚੰਗਾ ਫਿਰ ਆਪਣੇ ਸੀਸ ਭੇਟਾ ਕਰ ਦਿਓ, ਸੀਸ ਦੇ ਦਿਓ।
ਤੇ ਕਹਿੰਦੇ ਦੈਤਨ ਰੀਝ ਕਹਿਓ ਬਰ ਮੰਗ ਕਹਿਓ ਹਰ ਸੀਸਨ ਦੇਹੋ ਭਲੀ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚੰਡੀ ਚਰਿੱਤਰ 'ਚ ਕਥਾ ਆਪਣੀ ਕਲਮ ਨਾਲ ਇਸ ਤਰ੍ਹਾਂ ਲਿਖੀ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਜਦੋਂ ਮਹਾਰਾਜ ਨੇ ਸੀਸ ਮੰਗ ਲਏ, ਉਹ ਕਹਿੰਦੇ ਸੀਸ ਤਾਂ ਦਿਆਂਗੇ ਪਰ ਉੱਥੇ ਦਿਆਂਗੇ ਜਿੱਥੇ ਪਾਣੀ ਕੋਈ ਨਾ ਹੋਵੇ। ਸਾਰੀ ਉਦੋਂ ਧਰਤੀ ਨਹੀਂ ਸੀ ਬਣੀ, ਪਾਣੀ ਪਾਣੀ ਸੀ, ਜਲ ਹੀ ਜਲ ਸੀ, ਸਮੁੰਦਰ ਉੱਤੇ ਹੀ ਇਹ ਯੁੱਧ ਹੋ ਰਿਹਾ ਸੀਗਾ। ਤੋ ਜਦੋਂ ਭਗਵਾਨ ਦੇ ਨਾਲ ਯੁੱਧ ਕਰਦੇ ਕਰਦੇ ਉਹਨਾਂ ਨੇ ਸੀਸ ਦੇਣ ਦਾ ਬਚਨ ਕਰਤਾ, ਭਗਵਾਨ ਨੇ ਦੇਖਿਆ ਵੀ ਹੁਣ ਸਾਰੇ ਪਾਸੇ ਤੇ ਪਾਣੀ ਹੈ, ਸੀਸ ਇਹਨਾਂ ਦਾ ਕਿੱਥੇ ਲਈਏ। ਕਹਿੰਦੇ ਫਿਰ ਪਰਮੇਸ਼ਰ ਨੇ ਜਲ ਦੇ ਉੱਤੇ ਚੌਂਕੜਾ ਮਾਰ ਲਿਆ। ਜਿੱਥੇ ਚੌਂਕੜਾ ਮਾਰਿਆ ਉਹ 48 ਕੋਹ ਦਾ ਏਰੀਆ ਬਣਦਾ ਹੈ। ਬਹੁਤ ਵਿਰਾਟ ਰੂਪ ਸੀ ਪਰਮੇਸ਼ਰ ਦਾ। ਆਪਣੇ ਪੱਟਾਂ ਦੇ ਸਿਰ ਰੱਖ ਕੇ ਧਾਰ ਉਰੂ ਪਰ ਚੱਕਰ ਸੋਂ ਕਾਟ ਕੇ ਜੋਤ ਲੈ ਆਪਣੇ ਅੰਗ ਮਲੀ ਹੈ। ਕਹਿੰਦੇ ਉਹਨਾਂ ਦੇ ਸਿਰ ਆਪਣੇ ਪੱਟਾਂ ਤੇ ਰੱਖੇ, ਕਹਿੰਦੇ ਇੱਥੇ ਪਾਣੀ ਕੋਈ ਨਹੀਂ, ਇੱਥੇ ਸਿਰ ਰੱਖੋ। ਉਹਨਾਂ ਨੇ ਸਿਰ ਰੱਖੇ ਤੇ ਸੁਦਰਸ਼ਨ ਚੱਕਰ ਨਾਲ ਉਹਨਾਂ ਦੇ ਸਿਰ ਕੱਟ ਲਏ ਸਨ। ਉਸ ਜਗ੍ਹਾ ਨੂੰ ਕਹਿੰਦੇ ਥਨੇਸਰ। ਤੇ ਕੁਰੂਕਸ਼ੇਤਰ ਤਾਂ ਕਹਿੰਦੇ ਵੀ ਕੌਰਵਾਂ ਪਾਂਡਵਾਂ ਦਾ ਇੱਥੇ ਜੰਗ ਹੋਇਆ। ਜਗ੍ਹਾ ਇੱਕੋ ਹੀ, ਥੋੜਾ ਇਹ ਵੀ ਮੰਨਦੇ ਆ ਵੀ ਜਿੱਥੇ ਜੋਤੀਸਰ ਹੈ ਉਹਨੂੰ ਕਹਿੰਦੇ ਵੀ ਉਹ ਥਨੇਸਰ ਹੈ। ਖੈਰ ਜਗ੍ਹਾ ਸਾਰੀ ਉਹ ਲਗਭਗ ਪਿੱਪਲੀ ਹੋ ਗਈ। ਇੱਧਰ ਲਾਡਵਾ ਹੈ, ਇੱਧਰ ਸਾਡਾ ਅੰਬਾਲਾ ਹੈ, ਇੱਧਰ ਭੇਵਾ ਤੀਰਥ ਹੈ। ਬਹਿਰ ਜੱਛ ਤੱਕ 48 ਕੋਹ ਦਾ ਏਰੀਆ ਹੈ। ਸੋ ਈਸ਼ਵਰ ਦੀ ਥਾਨ ਜਗ੍ਹਾ ਥਾਨੇਸਰ, ਉੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਾ ਰਹੇ ਹਨ। ਖਸਟ ਕੋਸਥੋਂ ਮਗ ਉਲਗਾਏ, ਬਾਰਨੇ ਤੋਂ 6 ਕੋਹ ਦੀ ਬਾਟ ਸੀ। ਗੁਰੂ ਸਾਹਿਬ ਸਾਰਾ ਪੈਂਡਾ ਲੰਘ ਕੇ ਦੇਖਿਓ ਤੀਰਥ ਜਾ ਸਮੁਦਾਏ, ਜਿੱਥੇ ਬਹੁਤ ਵੱਡਾ ਤੀਰਥ ਜਿਸ ਨੂੰ ਕਹਿੰਦੇ ਨੇ ਥਾਨੇਸਰ ਜਾਂ ਕੁਰੂਕਸ਼ੇਤਰ। ਜੋਤੀਸਰ ਉਹ ਜਗ੍ਹਾ ਹੈ ਜਿੱਥੇ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਉਪਦੇਸ਼ ਦਿੱਤਾ ਸੀ। ਔਰ ਬ੍ਰਹਮ ਸਰੋਵਰ ਉਹ ਵੱਡਾ ਸਰੋਵਰ ਹੈ ਜਿਹਦਾ ਸਾਧ ਸੰਗਤ ਜੀ ਕਈ ਮੀਲਾਂ 'ਚ ਕਹਿ ਲਓ ਆਕਾਰ ਬਣ ਜਾਂਦਾ। ਦੀ ਪਰਿਕਰਮਾ ਕਰੀਏ ਤੇ 5 ਕਿਲੋਮੀਟਰ ਬਣ ਜਾਂਦੇ। ਤਰਨਤਾਰਨ ਸਾਹਿਬ ਜੀ ਦੇ ਸਰੋਵਰ ਨਾਲੋਂ ਵੀ 2-3 ਗੁਣਾ ਵੱਡਾ ਸਰੋਵਰ ਹੈ। ਉਹ ਬਹੁਤ ਆਕਾਰ ਹੈ। ਉਹਦੇ ਕੰਢੇ ਤੇ ਸਤਿਗੁਰੂ ਕਲਗੀਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ। ਉਹਦੇ ਕੰਢੇ ਤੇ ਥੋੜਾ ਜਿਹਾ ਪਿਛਲੇ ਪਾਸੇ ਹਟ ਕੇ ਸਿੱਧਬੱਟੀ ਗੁਰੂ ਨਾਨਕ ਦੇਵ ਜੀ ਦਾ ਉਹ ਸਥਾਨ ਹੈ ਜਿੱਥੇ ਸਤਿਗੁਰੂ ਜੀ ਨੇ ਹਿਰਨ ਦਾ ਮਾਸ ਰਿੰਨਿਆ ਸੀ ਅਤੇ ਪੰਡਤਾਂ ਦਾ ਇਹ ਵਹਿਮ ਕੱਢਿਆ ਸੀ ਵੀ ਮਾਸ ਦੇ ਨਾਂ ਤੋਂ ਨਫ਼ਰਤ ਕਰਦੇ ਸੀ। ਤੇ ਮਹਾਰਾਜ ਨੇ ਸ਼ਬਦ ਉਚਾਰਿਆ ਸੀ, ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਉਸ ਤੋਂ ਥੋੜਾ ਜਿਹਾ ਦੂਰ ਉਰਲੇ ਪਾਸੇ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਹੈ। 7ਵੀਂ ਪਾਤਸ਼ਾਹੀ ਉੱਥੇ, 8ਵੀਂ ਪਾਤਸ਼ਾਹੀ ਵੀ, 8 ਪਾਤਸ਼ਾਹੀਆਂ ਉੱਥੇ ਗਈਆਂ, 2 ਪਾਤਸ਼ਾਹੀਆਂ ਨਹੀਂ ਗਈਆਂ 10 ਚੋਂ। 8 ਗੁਰੂ ਸਾਹਿਬ ਉੱਥੇ ਕੁਰੂਕਸ਼ੇਤਰ ਦੇ ਚਰਨ ਪਾਏ ਹਨ। ਗੁਰੂ ਘਰ ਬਣੇ ਹੋਏ ਨੇ, ਲਗਭਗ 9 ਗੁਰਦੁਆਰੇ ਹਨ ਉਸ ਸ਼ਹਿਰ ਦੇ ਵਿੱਚ ਇਤਿਹਾਸੀ। ਕੁਰੂਕਸ਼ੇਤਰ ਸ਼ਹਿਰ ਵਿੱਚ 9ਵੀਂ ਪਾਤਸ਼ਾਹੀ ਦਾ ਗੁਰਦੁਆਰਾ, ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਸਾਹਿਬ ਜੀ ਦਾ ਸਥਾਨ ਹੈ। ਸਤਿਗੁਰੂ ਨਾਨਕ ਦੇਵ ਜੀ 6ਵੇਂ ਪਾਤਸ਼ਾਹ ਜੀ, ਫਿਰ 7ਵੇਂ ਪਾਤਸ਼ਾਹ ਜੀ, ਫਿਰ 8ਵੇਂ ਪਾਤਸ਼ਾਹ ਜੀ, 9ਵੇਂ ਪਾਤਸ਼ਾਹ ਜੀ, 10ਵੇਂ ਪਾਤਸ਼ਾਹ ਜੀ। ਇੱਥੇ ਇੰਨੇ ਗੁਰੂ ਸਾਹਿਬਾਂ ਦੇ ਚਰਨ ਪਏ ਹਨ। ਸ਼ਾਇਦ ਗੁਰੂ ਰਾਮਦਾਸ ਜੀ ਤੇ ਗੁਰੂ ਅੰਗਦ ਦੇਵ ਜੀ 2 ਗੁਰੂ ਸਾਹਿਬ ਉੱਥੇ ਨਹੀਂ ਗਏ, ਬਾਕੀ ਸਾਰੇ ਹੀ ਸਤਿਗੁਰੂ ਉੱਥੇ ਗਏ ਹਨ। ਉਸ ਸ਼ਹਿਰ ਕੁਰੂਕਸ਼ੇਤਰ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਪਹੁੰਚੇ ਹਨ। ਸੂਰਜ ਗ੍ਰਹਿਣ ਜਾਨ ਕਰ ਮੇਲਾ, ਉਹ ਸੂਰਜ ਗ੍ਰਹਿਣ ਦਾ ਮੇਲਾ ਸੀ, ਇਸ ਕਰਕੇ ਗੁਰੂ ਸਾਹਿਬ ਆਏ ਨੇ। ਲਗਭਗ ਗੁਰੂ ਸਾਹਿਬ ਮੇਲੇ ਤੇ ਹੀ ਆਉਂਦੇ ਰਹੇ ਨੇ। ਪਹਿਲੀ ਪਾਤਸ਼ਾਹੀ ਵੀ ਸੂਰਜ ਗ੍ਰਹਿਣ ਤੇ ਆ ਕੇ ਮਾਸ ਕਰ ਮੂਰਖ ਝਗੜੇ ਸ਼ਬਦ ਉਚਾਰਿਆ ਸੀ। ਜਿਹੜੇ ਬਾਹਮਣ ਮਾਸ ਦੇ ਨਾਂ ਤੋਂ ਹੀ ਨੱਕ ਚੜਾ ਲੈਂਦੇ ਸੀ, ਮਾਸ ਖਾਣ ਵਾਲੇ ਨੂੰ ਇਨਸਾਨ ਹੀ ਨਹੀਂ ਸੀ ਸਮਝਦੇ, ਉਹਨਾਂ ਨੂੰ ਮਹਾਰਾਜ ਨੇ ਉੱਥੇ ਉਪਦੇਸ਼ ਦੇ ਕੇ ਉਹਨਾਂ ਦਾ ਭਰਮ ਤੋੜ ਦਿੱਤਾ ਸੀ। ਤੇ ਕੋਈ ਪੰਡਤ ਗੁਰੂ ਸਾਹਿਬ ਦੇ ਸਾਹਮਣੇ ਬੋਲ ਨਹੀਂ ਸੀ ਸਕਿਆ, ਸਾਰਿਆਂ ਦੀ ਜ਼ੁਬਾਨ ਬੰਦ ਕਰ ਦਿੱਤੀ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਹੀ ਫਿਰ ਸਤਿਗੁਰੂ ਅਮਰਦਾਸ ਸਾਹਿਬ ਜੀ ਜਦੋਂ ਗੰਗਾ ਤੋਂ ਆਉਂਦੇ ਜਾਂਦੇ ਚਰਨ ਪਾਏ
ਜਦੋਂ ਗੁਰੂ ਬਣ ਗਏ ਤੇ ਫਿਰ ਵੀ ਉੱਥੇ ਚਰਨ ਪਾਏ ਸੀ। ਗੁਰੂ ਗ੍ਰੰਥ ਸਾਹਿਬ ਵਿੱਚ 1116 ਅੰਗ ਤੇ ਇਹ ਸਾਰੀ ਕਥਾ ਆਦਿ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖੀ ਹੋਈ ਹੈ। ਪ੍ਰਥਮ ਆਏ ਕੁਲਖੇਤ ਗੁਰ ਸਤਿਗੁਰ ਪੁਰਬ ਹੋਆ। ਪਹਿਲਾਂ ਕੁਰਸ਼ੇਤਰ ਆ ਕੇ ਗੁਰੂ ਅਮਰਦਾਸ ਜੀ ਨੇ ਡੇਰਾ ਕੀਤਾ ਸੀ। ਫਿਰ ਇੱਥੇ ਪੰਜਵੇਂ ਪਾਤਸ਼ਾਹ ਜੀ, ਛੇਵੇਂ ਪਾਤਸ਼ਾਹ ਜੀ ਸਾਰੇ ਗੁਰੂਆਂ ਦੇ ਚਰਨ ਪਏ ਹਨ। ਸੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਹੁਤ ਸੁੰਦਰ ਉੱਥੇ ਅੱਜ ਗੁਰਦੁਆਰਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਸੂਰਜ ਗ੍ਰਹਿਣ ਦੇ ਮੇਲੇ ਤੇ ਹੀ ਆਏ ਹਨ। ਚਾਹੁੰਦੇ ਸਤੇ ਨਰ ਭਇਓ ਸਕੇਲਾ। ਸੂਰਜ ਗ੍ਰਹਿਣ ਦਾ ਮੇਲਾ ਜਦੋਂ ਕੁਰਸ਼ੇਤਰ ਤੇ ਭਰਦਾ ਹੈ ਤੇ ਲੱਖਾਂ ਨਹੀਂ ਕਰੋੜਾਂ ਦੀ ਤਾਦਾਦ ਵਿੱਚ ਸੰਗਤ ਆਉਂਦੀ ਹੈ। ਕਰੋੜਾਂ ਲੋਕ ਉੱਥੇ ਦੂਰੋਂ ਦੂਰੋਂ, ਕੋਈ ਬਿਹਾਰ ਤੋਂ, ਕੋਈ ਰਾਜਸਥਾਨ ਤੋਂ, ਕੋਈ ਗੁਜਰਾਤ ਤੋਂ, ਦੂਰੋਂ ਦੂਰੋਂ ਚੱਲ ਕੇ ਯਾਤਰੂ ਆਉਂਦੇ ਨੇ ਤੇ ਉੱਥੇ ਇਸ਼ਨਾਨ ਕਰਦੇ ਨੇ। ਸੂਰਜ ਗ੍ਰਹਿਣ ਦਾ ਬਹੁਤ ਵੱਡਾ ਡਰ ਮੰਨਿਆ ਜਾਂਦਾ ਸੀ। ਕਹਿੰਦੇ ਵੀ ਸੂਰਜ ਗ੍ਰਹਿਣ, ਸੂਰਜ ਨੂੰ ਗ੍ਰਹਿਣ ਲੱਗ ਗਿਆ, ਇਹਦੇ ਤੇ ਦਾਨ ਕਰਾਂਗੇ ਤਾਂ ਉਤਰੇਗਾ। ਪੰਡਤਾਂ ਨੇ ਲੋਕਾਂ ਨੂੰ ਧਰਮ ਦੇ ਨਾਲ ਜੋੜਨ ਵਾਸਤੇ ਬਹੁਤ ਸਾਰੇ ਵਿਸ਼ਵਾਸ ਜਾਂ ਅੰਧ ਵਿਸ਼ਵਾਸ ਫੈਲਾਏ ਹੋਏ ਸਨ ਤਾਂ ਕਿ ਲੋਕ ਧਰਮ ਦੇ ਨਾਲ ਜੁੜੇ ਰਹਿਣ। ਤੇ ਉਹਨਾਂ ਨੇ ਉੱਥੇ ਫਿਰ ਹੌਲੇ ਹੌਲੇ ਦਾਨ ਪੁੰਨ ਲੈਣ ਦਾ ਵੀ ਸਿਲਸਿਲਾ ਸ਼ੁਰੂ ਕੀਤਾ ਹੋਇਆ ਸੀ ਵੀ ਸਾਨੂੰ ਜਿਹੜਾ ਦਾਨ ਪੁੰਨ ਵੀ ਖੁੱਲਾ ਗੱਫਾ ਮਾਇਆ ਦਾ ਮਿਲਦਾ ਰਵੇ। ਤੋ ਸੂਰਜ ਗ੍ਰਹਿਣ ਦੇ ਉੱਤੇ ਡਰਦੇ ਮਾਰੇ ਲੋਕ ਲੱਖਾਂ ਹੀ ਆਉਂਦੇ ਸੀ ਵੀ ਗ੍ਰਹਿਣ ਲੱਗਾ, ਸੂਰਜ ਨੂੰ ਗ੍ਰਹਿਣ ਲੈ ਜਾਏਗਾ, ਧਰਤੀ ਸੁਖੀ ਹੋ ਜਾਏਗੀ, ਸਾਰੇ ਪਾਸੇ ਸ਼ਾਂਤੀ ਹੋਵੇਗੀ, ਆਪਾਂ ਇੱਥੇ ਜਾ ਕੇ ਇਸ਼ਨਾਨ ਕਰੀਏ ਤੇ ਦਾਨ ਕਰੀਏ। ਸੋ ਸੂਰਜ ਗ੍ਰਹਿਣ ਦਾ ਮੇਲਾ ਜਾਣ ਕੇ ਜਿੱਥੇ ਲੱਖਾਂ ਲੋਕ ਆਏ ਹੋਏ ਹਨ। ਭੀੜ ਨਰਮ ਕੀ ਕਨੀ ਸੋ ਆਵਤ। ਲੱਖਾਂ ਲੋਕਾਂ ਦੀ ਭੀੜ ਆਉਂਦੀ ਹੈ, ਹਜ਼ਾਰਾਂ ਲੋਕ ਆਉਂਦੇ ਹਨ। ਜੈ ਕੈ ਨਰ ਡੇਰਾ ਨਿਜ ਪਾਵਤ। ਆਪਣੇ ਆਪਣੇ ਡੇਰੇ ਪਾਏ ਹੋਏ ਨੇ। ਅੱਜ ਕੱਲ ਤਾਂ ਬੜੀਆਂ ਬੜੀਆਂ ਵੱਡੀਆਂ ਧਰਮਸ਼ਾਲਾ ਉੱਥੇ ਬਣੀਆਂ ਹੋਈਆਂ ਨੇ, ਪੁਰਾਤਨ ਸਮੇਂ 'ਚ ਵੀ ਬਣੀਆਂ ਹੋਈਆਂ ਸਨ। ਕੋਈ ਧਰਮਸ਼ਾਲਾ ਵਿੱਚ ਠਹਿਰ ਜਾਂਦੇ ਸੀ, ਕਈ ਆਪਣੇ ਤੰਬੂ ਕਨਾਤਾਂ ਲਾ ਕੇ ਉੱਥੇ 2-4 ਦਿਨ ਗੱਡਿਆਂ ਦੇ ਉੱਤੇ ਹੀ ਆਪਣਾ ਸੌਂ ਕੇ ਆਰਾਮ ਕਰ ਲੈਂਦੇ ਸੀ। ਸਾਧੂ ਸੰਤ ਵੀ ਆਉਂਦੇ ਸੀ। ਜਿਵੇਂ ਆਪਾਂ ਅੱਜ ਕੱਲ੍ਹ ਹੋਲਾ ਮਹੱਲਾ ਮਨਾਉਂਦੇ ਹਾਂ ਸ੍ਰੀ ਅਨੰਦਪੁਰ ਸਾਹਿਬ, ਇਹਦਾ ਹਿੰਦੂਆਂ ਦੇ ਤੀਰਥਾਂ ਉੱਤੇ ਵੀ ਇਹੀ ਸਿਲਸਿਲਾ ਸੀ। ਲੱਖਾਂ ਲੋਕ ਆਉਂਦੇ ਸੀ ਤੇ ਆਪਣੇ ਆਪਣੇ ਡੇਰੇ ਪਾ ਕੇ ਲੰਗਰ ਪਾਣੀ ਬਣਾ ਕੇ ਖਾ ਕੇ ਦਾਨ ਪੁੰਨ ਕਰਕੇ ਇਸ਼ਨਾਨ ਕਰਕੇ ਜਾਂਦੇ ਸੀ। ਪਹੁੰਚੇ ਸਤਿਗੁਰ ਪਿਖੈ ਸੁਥਾਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਕੁਰਸ਼ੇਤਰ ਆ ਪਹੁੰਚੇ ਹਨ ਤੇ ਮੇਲੇ ਦੇ ਵਿੱਚ ਹੁਣ ਡੇਰਾ ਕਰਨ ਵਾਸਤੇ ਥਾਂ ਵੇਖ ਰਹੇ ਹਨ। ਹਿਤ ਉਤਰਨ ਕੇ ਕਰਨ ਇਸ਼ਨਾਨ। ਮਹਾਰਾਜ ਆਪਣੀ ਫੌਜ ਆਪਣੀ ਸੰਗਤ ਸਮੇਤ ਉਤਰਨ ਲਈ ਜਗ੍ਹਾ ਲੱਭਦੇ ਹਨ। ਇੱਥੇ ਉਤਰ ਕੇ ਇਸ਼ਨਾਨ ਵੀ ਕਰਾਂਗੇ ਤੇ ਸੰਗਤਾਂ ਨੂੰ ਦਰਸ਼ਨ ਦੇਵਾਂਗੇ, ਬਾਣੀ ਦਾ ਪ੍ਰਚਾਰ ਕਰਾਂਗੇ। ਪਰਤੇ ਉੱਤਰ ਕੀ ਦਿਸ ਗਏ। ਮਹਾਰਾਜ ਘੋੜੇ ਤੋਂ ਉਤਰ ਕੇ ਤੀਰਥ ਦੀ ਉੱਤਰ ਵਾਲੀ ਬਾਹੀ ਤੇ ਗਏ ਹਨ। ਰਮੈ ਸਥਾਨ ਬਲੋਕਤ ਪਏ। ਪਰ ਬੜੀ ਸੋਹਣੀ ਰਮਣੀਕ ਜਗ੍ਹਾ ਵੇਖੀ ਹੈ। ਅੱਜ ਵੀ ਉਹ ਗੁਰਦੁਆਰਾ 9ਵੀਂ ਪਾਤਸ਼ਾਹੀ ਕਰਕੇ ਕੁਰਸ਼ੇਤਰ ਦੇ ਵਿੱਚ ਮੌਜੂਦ ਹੈ। ਗੁਰੂ ਕੇ ਸਿੰਘ ਸੇਵਾ ਕਰਦੇ ਨੇ। ਕਈ ਵਾਰੀ ਦਾਸ ਨੇ ਵੀ ਉੱਥੇ ਕਥਾ ਦੀ ਹਾਜ਼ਰੀ ਭਰੀ ਹੈ। ਕੁਰਸ਼ੇਤਰ ਦੇ ਗੁਰਦੁਆਰਿਆਂ ਵਿੱਚ 9ਵੀਂ ਪਾਤਸ਼ਾਹੀ ਦਾ ਸਥਾਨ ਵੀ ਪ੍ਰਸਿੱਧ ਹੈ। ਜਿੱਥੇ ਅੱਜ ਕੱਲ੍ਹ 9ਵੀਂ ਪਾਤਸ਼ਾਹੀ ਵਾਲਾ ਗੁਰਦੁਆਰਾ ਹੈ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਉਤਰੇ ਹਨ। ਸੁੰਦਰ ਸਾਰ ਸੁਸੀ ਬਰਸਲਤਾ। ਕਹਿੰਦੇ ਆ ਜਿਹੜੀ ਸਰਸਵਤੀ ਨਦੀ ਹੈ ਸਤਜੁਗ ਦੇ ਵਿੱਚ ਇੱਥੇ ਵਗਿਆ ਕਰਦੀ ਸੀ। ਇੱਥੋਂ ਭੇਵੇ ਜਾਂਦੀ ਸੀ, ਭੇਵੇ ਤੋਂ ਅੱਗੇ ਬਹਿਰ ਜੱਛ। ਹੁਣ ਤਾਂ ਉਹ ਸਰੋਵਰ ਹੀ ਰਹਿ ਗਏ ਨੇ, ਨਦੀ ਨਹੀਂ ਰਹਿ ਗਈ, ਪਰ ਉਹ ਮਾਨਤਾ ਚਲੀ ਆਉਂਦੀ ਹੈ ਵੀ ਇਹ ਸਰਸਵਤੀ ਦਾ ਹਿੱਸਾ ਹੈ। ਸਾਰਸਵਤ ਬ੍ਰਾਹਮਣ ਇੱਥੇ ਰਿਹਾ ਕਰਦੇ ਸਨ। ਬਹੁਤ ਸਾਰੇ ਵੇਦਾਂ ਦੀ, ਮੰਤਰਾਂ ਦੀ, ਰਿਚਾਵਾਂ ਦੀ ਰਚਨਾ ਇਸੇ ਇਲਾਕੇ ਵਿੱਚ ਹੋਈ ਹੈ। ਇਸੇ ਕਰਕੇ ਭਾਸ਼ਾ ਵਿਗਿਆਨੀ ਵੀ ਮੰਨਦੇ ਹਨ ਵੀ ਜਿਹੜੀ ਪੰਜਾਬ ਦੀ ਬੋਲੀ ਹੈ ਇਹ ਸੰਸਕ੍ਰਿਤ ਦੇ ਨਾਲ ਸਿੱਧਾ ਸੰਬੰਧ ਰੱਖਦੀ ਹੈ। ਯਾਨੀ ਪੰਜਾਬੀ ਜਿਹੜੀ ਹੈ ਉਹ ਸੰਸਕ੍ਰਿਤ ਦੀ ਧੀ ਹੈ ਤੇ ਹਿੰਦੀ ਦੇ ਦੂਜੀਆਂ ਦੋਤੀਆਂ ਪੋਤੀਆਂ ਨੇ, ਭਾਵ ਉਹ ਬਾਅਦ ਵਿੱਚ ਬਣੀਆਂ ਨੇ। ਇਹ ਪੁਰਾਣੀ ਬੋਲੀ ਹੈ। ਇਹ ਕੁਰਸ਼ੇਤਰ ਦੇ ਇਲਾਕੇ ਦੇ ਵਿੱਚ ਤੇ ਸਾਰਾ ਹੀ ਪਹਿਲਾਂ ਪੰਜਾਬ ਹੀ ਸੀ ਨਾ। ਹੁਣ ਇਹ ਕੋਈ 1966 ਵਿੱਚ ਹਰਿਆਣਾ ਬਣ ਗਿਆ। ਇਹ ਦਿੱਲੀ ਤੋਂ ਪਰੇ ਤੱਕ ਪੰਜਾਬ ਸੀ ਸਾਰਾ।
ਸਾਰਸਵਤ ਬ੍ਰਾਹਮਣ ਇੱਥੇ ਰਹਿੰਦੇ ਸਨ। ਸਾਰਸਵਤ ਬ੍ਰਾਹਮਣ ਬੜੇ ਵਿਦਵਾਨ ਸਨ। ਉਹਨਾਂ ਨੇ ਵੇਦਾਂ ਸ਼ਾਸਤਰਾਂ ਦੇ ਬਹੁਤ ਸਾਰੇ ਗ੍ਰੰਥ ਇੱਥੇ ਰਚੇ ਹਨ। ਪਾਵਨ ਜਲ ਕਬ ਕਬ ਸ਼ੁਭ ਚਲਤਾ। ਇੱਥੇ ਪਵਿੱਤਰ ਸੁਰਸਤੀ ਦਾ ਜਲ ਹੁਣ ਕਦੀ ਕਦੀ ਦਰਸ਼ਨ ਦਿੰਦਾ ਹੈ। ਜ਼ਿਆਦਾਤਰ ਕਹਿੰਦੇ ਸੁਰਸਤੀ ਧਰਤੀ 'ਚ ਹੀ ਅਲੋਪ ਹੋ ਗਈ ਹੈ। ਬਹੁਤ ਸਾਰੀਆਂ ਨਦੀਆਂ ਸਾਧ ਸੰਗਤ ਜੀ ਲੋਕਾਂ ਨੇ ਵਾਹ ਲਈਆਂ। ਰੇਤਾ ਭਰ ਜਾਂਦਾ, ਪਾਣੀ ਆਣੋਂ ਹਟ ਗਿਆ ਤੇ ਹੌਲੇ ਹੌਲੇ ਲੋਕਾਂ ਨੇ ਖੇਤ ਬਣਾ ਲਏ। ਕਿਤੇ ਮੂੰਗਫਲੀ ਬੀਜ ਲਈ, ਕਿਤੇ ਕੁਛ ਬੀਜ ਲਿਆ, ਉਹ ਖੇਤੀ ਤੇ ਕਬਜ਼ਾ ਕਰ ਲਿਆ। ਇਸ ਕਰਕੇ ਨਦੀਆਂ ਦਾ ਕਈਆਂ ਦਾ ਪ੍ਰਵਾਹ ਟੁੱਟ ਗਿਆ ਹੈ। ਸੋ ਸੁਰਸਤੀ ਨਦੀ ਦਾ ਪ੍ਰਵਾਹ ਵੀ ਲਗਭਗ 4-5 ਹਜ਼ਾਰ ਸਾਲ ਤੋਂ ਟੁੱਟਾ ਹੋਇਆ, ਅੱਜ ਤੋਂ ਨਹੀਂ। ਕਿਤੇ ਕਿਤੇ ਥੋੜਾ ਥੋੜਾ ਜਲ ਚੱਲਦਾ ਹੈ। ਤੇ ਸਥਾਨ ਤੀਰਥ ਅਬਿਰਾਮ। ਉਹਦੇ ਕਿਨਾਰੇ ਤੇ ਇਹ ਪਵਿੱਤਰ ਤੀਰਥ ਹਨ। ਕੁਰਸ਼ੇਤਰ, ਭੇਵਾ, ਬਹਿਰ ਜੱਛ, ਬਹੁਤ ਸਾਰੀਆਂ ਹੋਰ ਵੀ ਥਾਵਾਂ ਹਨ। ਬਿਦਤ ਜਗਤ ਮੈਂ ਲਖੀਅਤ ਨਾਮ। ਇਹਨਾਂ ਦਾ ਨਾਮ ਪ੍ਰਸਿੱਧ ਹੈ, ਪਰ ਸੁਰਸਤੀ ਦੀ ਮਾਨਤਾ ਵੇਦਾਂ ਕਰਕੇ, ਪੁਰਾਣੇ ਗ੍ਰੰਥਾਂ ਕਰਕੇ ਅਜੇ ਵੀ ਚੱਲੀ ਆਉਂਦੀ ਹੈ। ਤਿਸ ਕੇ ਤੀਰ ਉੱਤਰ ਥਲ ਟੋਰਾ। ਉਸ ਸੁਰਸਤੀ ਦੇ ਕੰਢੇ ਤੇ ਘੋੜੇ ਤੋਂ ਉਤਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਆਪਣੀ ਸੰਗਤ ਵਾਸਤੇ ਥਾਂ ਲੱਭੀ ਹੈ। ਧਰ ਪਰ ਖੜੇ ਭਏ ਤਜ ਘੋਰਾ। ਘੋੜੇ ਤੋਂ ਉਤਰ ਕੇ ਮਹਾਰਾਜ ਜ਼ਮੀਨ ਤੇ ਖਲੋ ਗਏ ਹਨ। ਤੀਰ ਤੀਰ ਤੀਰਥ ਗਨ ਜਾਣੇ। ਲਾਗੇ ਲਾਗੇ ਬੜੇ ਤੀਰਥ ਹਨ, ਬੜੇ ਮੰਦਰ ਹਨ ਕੁਰਸ਼ੇਤਰ ਦੇ ਵਿੱਚ। ਬੈਰਾਗੀਆਂ ਦੇ, ਸੰਨਿਆਸੀਆਂ ਦੇ, ਜੋਗੀਆਂ ਦੇ, ਜੰਗਮਾਂ ਦੇ, ਘੋਰੀਆਂ ਦੇ। ਕਿਉਂਕਿ ਹਿੰਦੂ ਮਤ ਦੇ ਵਿੱਚ, ਸਨਾਤਨ ਧਰਮ ਦੇ ਵਿੱਚ 500 ਤੋਂ ਵੱਧ ਕੇ ਸੰਪਰਦਾਵਾਂ ਪੰਡਤ ਗਣੇਸ਼ਾ ਸਿੰਘ ਜੀ ਮਹਾਰਾਜ ਨੇ ਭਾਰਤ ਮਤ ਦਰਪਣ ਗ੍ਰੰਥ ਵਿੱਚ ਲਿਖੀਆਂ ਹਨ। ਭਾਰਤ ਮਤ ਗ੍ਰੰਥ ਅੱਜ ਤੋਂ 90-100 ਸਾਲ ਪਹਿਲਾਂ ਪੰਡਤ ਗਣੇਸ਼ਾ ਸਿੰਘ ਜੀ ਹੋਏ ਨੇ, ਨਿਰਮਲੇ ਮਹਾਤਮਾ, ਖੁੱਡਾ ਨਿਵਾਸੀ, ਜ਼ਿਲ੍ਹੇ ਹੁਸ਼ਿਆਰਪੁਰ ਦੇ। ਉਹਨਾਂ ਨੇ ਗ੍ਰੰਥ ਲਿਖਿਆ ਹੈ। ਉਹਦੇ ਵਿੱਚ ਉਹਨਾਂ ਨੇ 500 ਤੋਂ ਜ਼ਿਆਦਾ ਸੰਪਰਦਾਵਾਂ ਦਾ ਜ਼ਿਕਰ ਕੀਤਾ ਹੈ। ਹਿੰਦੂਆਂ ਵਿੱਚ ਬੜੇ ਵੱਖਰੇ ਵੱਖਰੇ ਫਿਰਕੇ ਹਨ। ਫਿਰ ਉਹਨਾਂ ਦੇ 33 ਕਰੋੜ ਦੇਵੀ ਦੇਵਤੇ ਹਨ। ਕਿਤੇ ਗਣੇਸ਼ ਜੀ ਦਾ ਮੰਦਰ, ਕਿਤੇ ਹਨੂਮਾਨ ਜੀ ਦਾ, ਕਿਤੇ ਰਾਮਚੰਦਰ ਜੀ ਦਾ, ਕਿਤੇ ਕ੍ਰਿਸ਼ਨ ਜੀ ਦਾ, ਕਿਤੇ ਸੁਰਸਤੀ ਦਾ, ਕਿਤੇ ਪਾਰਵਤੀ ਦਾ, ਕਿਤੇ ਸ਼ਿਵ ਜੀ ਦਾ। ਵੱਖੋ ਵੱਖ ਦੇਵੀ ਦੇਵਤਿਆਂ ਦੇ ਮੰਦਰ ਹਨ ਔਰ ਵੱਖਰੇ ਵੱਖਰੇ ਤਰੀਕਿਆਂ ਦੀ ਮਾਨਤਾਵਾਂ ਹਨ। ਉਸ ਸੁਰਸਤੀ ਦੇ ਕੰਢੇ ਤੇ ਵੱਖਰੇ ਵੱਖਰੇ ਸਥਾਨ ਬਣੇ ਹੋਏ ਹਨ। ਸ੍ਰੀ ਗੁਰਦੇਵ ਹੇਰ ਹਰ ਖਾਨੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਧਰਮ ਸਥਾਨ ਤੇ ਆ ਕੇ ਬੜੇ ਖੁਸ਼ ਹੋਏ, ਪ੍ਰਸੰਨ ਹੋਏ ਹਨ। ਸਭ ਨਰ ਆਏ ਸਿਵਰ ਲਗਾਇਓ। ਤੇ ਸਾਰਿਆਂ ਨੇ ਆ ਕੇ ਮਹਾਰਾਜ ਦੇ ਨਾਲ ਜਿੰਨੇ ਵੀ ਸੀ, ਸਾਧੂ ਸੰਤ ਸੀ, ਗੁਰੂ ਦੀ ਫੌਜ ਸੀ, ਉਹਨਾਂ ਨੇ ਗੁਰੂ ਸਾਹਿਬ ਦੇ ਲਾਗੇ ਲਾਗੇ ਡੇਰੇ ਲਾ ਲਏ ਹਨ। ਤ੍ਰਿਣ ਅਨਾਦਿਕ ਤਬੈ ਮੰਗਾਇਓ। ਹੁਣ ਘੋੜਿਆਂ ਲਈ ਘਾਹ ਪੱਠਾ ਮੰਗਵਾਇਆ ਗਿਆ ਹੈ। ਨਿਸਾ ਬਾਸ ਕੋ ਸਤਿਗੁਰ ਕਰ ਕੈ। ਸਤਿਗੁਰੂ ਜੀ ਰਾਤ ਨੂੰ ਕੁਰਸ਼ੇਤਰ ਰਹੇ ਹਨ। ਰਹੀ ਜਾਮ ਜਾਗਰਤ ਕੋ ਧਰ ਕੈ। ਇੱਕ ਪਹਿਰ ਰਾਤ ਰਹਿੰਦੀ ਜਦੋਂ ਗੁਰੂ ਸਾਹਿਬ ਉੱਠ ਪੈਂਦੇ ਸਨ। ਪੱਕਾ ਨਿਯਮ ਸੀ 2-2:30 ਵਜੇ ਉੱਠਣਾ ਹੀ ਉੱਠਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵੀ ਕਹਿੰਦੀ ਹੈ, ਪਿਛਲ ਰਾਤ ਨਾ ਜਾਗੇ ਹੋਏ ਜੀਵਨ ਦੜੋ ਮੋਏ ਹੋਏ। ਇਹ ਬੰਦੇ ਜੋ ਅੰਮ੍ਰਿਤ ਵੇਲੇ ਨਹੀਂ ਜਾਗਿਆ ਤੇ ਜਿਉਂਦਿਆਂ ਹੀ ਮਰਿਆ ਵਰਗਾ ਹੈ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਮਹਾਰਾਜ ਦਾ ਪੱਕਾ ਨਿਯਮ ਸੀ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ। ਸੌਚ ਇਸ਼ਨਾਨ ਕੀਨ ਪੁਨ ਧਿਆਨੂ। ਸੌਚ ਇਸ਼ਨਾਨ ਕਰਕੇ ਫਿਰ ਪਰਮੇਸ਼ਰ ਦਾ ਧਿਆਨ ਕੀਤਾ ਹੈ, ਸਿਮਰਨ ਕੀਤਾ ਹੈ। ਬੈਠੇ ਰਹੇ ਉਦਿਓ ਪੁਨ ਭਾਨੂ। ਸਮਾਧੀ 'ਚ ਬੈਠੇ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤ ਵੇਲੇ ਦੇ ਲਗਭਗ 2.5-3 ਘੰਟੇ ਦਾ ਰੋਜ਼ ਦਾ ਚੌਂਕੜਾ ਸੀਗਾ। ਫਿਰ ਸੂਰਜ ਚੜਿਆ ਹੈ। ਸੁਧ ਮੇਲੇ ਮੈਂ ਜਹ ਕਹਿ ਹੋਈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਉਣ ਦੀ ਖਬਰ ਸਾਰੇ ਮੇਲੇ 'ਚ ਪਸਰ ਗਈ ਹੈ। ਜਿੰਨੇ ਵੀ ਲੋਕ ਮੇਲੇ 'ਚ ਆਏ ਸੀ, ਅੱਗੇ ਦੀ ਅੱਗੇ ਉਹਨਾਂ ਨੂੰ ਪਤਾ ਲੱਗਾ, ਪੰਡਤਾਂ ਨੂੰ, ਸੰਨਿਆਸੀਆਂ ਨੂੰ, ਬੈਰਾਗੀਆਂ ਨੂੰ, ਜੋਗੀਆਂ ਨੂੰ, ਜੰਗਮਾਂ ਨੂੰ, ਗ੍ਰਸਤੀਆਂ ਨੂੰ, ਸੰਨਿਆਸੀਆਂ ਨੂੰ, ਸਭ ਨੂੰ ਪਤਾ ਲੱਗਾ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਮਾਲਕ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ 9ਵੇਂ ਪਾਤਸ਼ਾਹ ਵੀ ਮੇਲੇ 'ਚ ਆਏ ਹਨ। ਦੇਖਣ ਕਾਰਨ ਚਹਿ ਚਿਤ ਸੋਈ। ਸਾਰੇ ਲੋਕ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ।
ਕਿਉਂਕਿ ਮਹਾਰਾਜ ਦੀ ਸ਼ਖਸੀਅਤ ਐਸੀ ਸੀ ਸਾਧ ਸੰਗਤ ਜੀ, ਨਾ ਕੋਈ ਹਿੰਦੂ ਨਾ ਮੁਸਲਮਾਨ, ਗੁਰੂ ਦੀ ਨਿਗਾਹ ਵਿੱਚ ਕੋਈ ਧਰਮ ਦਾ ਵਿਤਕਰਾ ਹੀ ਨਹੀਂ ਸੀ। ਅੱਜ ਤੇ ਅਸੀਂ ਸਿੱਖ ਨੂੰ ਵੀ ਸਿੱਖ ਮੱਥੇ ਦੇ ਵੇਖ ਕੇ ਨਾ ਤਿਉੜੀ ਪਾ ਲੈਨੇ ਆ। ਮਹਾਰਾਜ ਤਾਂ ਕਹਿੰਦਾ ਹੈ ਹਰ ਇਨਸਾਨ ਨੂੰ ਪ੍ਰੇਮ ਕਰ, ਤੇ ਅਸੀਂ ਸਿੱਖ ਨੂੰ ਵੀ ਕਹਿੰਦੇ ਆ ਵੀ ਤੂੰ ਪਰੇ ਹੋ। ਗੁਰੂ ਸਾਹਿਬ ਦੀ ਨਿਗਾਹ ਵਿੱਚ ਕੋਈ ਜਾਤ ਪਾਤ ਨਹੀਂ, ਸੰਨਿਆਸੀ ਹੋਵੇ, ਬੈਰਾਗੀ ਹੋਵੇ, ਜੋਗੀ ਹੋਵੇ, ਜੰਗਮ ਹੋਵੇ। ਸਤਿਗੁਰੂ ਕਲਗੀਧਰ ਨੇ ਕਿਹਾ ਹੀ ਹੈ ਨਾ, ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ। ਕੋਈ ਭਇਓ ਮੁੰਡਿਆ ਸੰਨਿਆਸੀ, ਕੋਈ ਜੋਗੀ ਭਇਓ, ਕੋਈ ਬ੍ਰਹਮਚਾਰੀ, ਕੋਈ ਜਤੀ ਅਨੁਮਾਨ ਵੋ। ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ। ਤੇ ਗੁਰੂ ਸਾਹਿਬ ਇੰਨਾ ਪਿਆਰ ਕਰਦੇ ਸੀ, ਮੇਲੇ 'ਚ ਆਏ ਹੋਏ ਸੰਨਿਆਸੀ, ਬੈਰਾਗੀ, ਜੋਗੀ, ਜੰਗਮ, ਬ੍ਰਹਮਚਾਰੀ, ਗ੍ਰਸਤੀ ਸਾਰੇ ਹੀ ਦਰਸ਼ਨ ਕਰਨਾ ਚਾਹੁੰਦੇ ਹਨ। ਆਏ ਬਲੋਕਤ ਪਾਵਨ ਦਰਸ਼ਨ। ਕਹਿੰਦੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਕਰਨ ਵਾਸਤੇ ਸਭ ਸੰਪਰਦਾਵਾਂ ਦੇ ਸਾਧੂ, ਸਾਰੇ ਧਰਮਾਂ ਦੇ ਲੋਕ ਆਏ ਹਨ। ਸੀਸ ਨਿਵਾਏ ਕਰੈ ਪਗ ਪਰਸਨ। ਆ ਕੇ ਚਰਨਾਂ ਤੇ ਮੱਥਾ ਟੇਕਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਭਾਵੇਂ ਕਿਸੇ ਧਰਮ ਦਾ ਹੋਵੇ, ਸਾਧੂ ਹੋਵੇ, ਸੱਚੀ ਭਾਵਨਾ ਵਾਲਾ ਹੋਵੇ। ਇੱਕ ਹੁੰਦੇ ਮੇਰੇ ਵਰਗੇ ਪਖੰਡੀ ਵੀ ਹੁੰਦੇ ਆ, ਭਾਵੇਂ ਉਹ ਕਿਸੇ ਧਰਮ 'ਚ ਹੋਣ। ਦੋ ਤਰ੍ਹਾਂ ਦੇ ਬੰਦੇ ਹਰ ਧਰਮ 'ਚ, ਚੰਗੇ ਮਾੜੇ ਹੁੰਦੇ। ਵੈਸੇ ਧਰਮ ਦੋ ਹੀ ਨੇ ਸਾਧ ਸੰਗਤ ਦੀ ਦੁਨੀਆ ਤੇ। ਦੋ ਧਰਮ ਪਤਾ ਕਿਹੜੇ ਨੇ? ਇੱਕ ਨੇਕੀ ਤੇ ਇੱਕ ਬਦੀ। ਹੋਰ ਨਹੀਂ ਕੋਈ ਧਰਮ। ਹੋਰ ਤੇ ਆਪਾਂ ਸਭ ਹੱਦਾਂ ਹੀ ਬਣਾਈਆਂ ਹੋਈਆਂ ਨੇ। ਨੇਕੀ ਦਾ ਧਰਮ, ਕਿਤੇ ਵੀ ਨੇਕੀ ਇਨਸਾਨ 'ਚ ਹੋਵੇ, ਉਹ ਬੰਦਾ ਪਿਆਰ ਕਰੇਗਾ, ਉਹ ਹਰ ਇੱਕ ਦਾ ਸਤਿਕਾਰ ਕਰੇਗਾ, ਹਰ ਇੱਕ ਨਾਲ ਇੱਜ਼ਤ ਨਾਲ ਬੋਲੇਗਾ। ਤੇ ਜਿਹਦੇ 'ਚ ਬਦੀ ਹੈ, ਭਾਵੇਂ ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ, ਈਸਾਈ, ਜੋ ਮਰਜ਼ੀ ਬਣਿਆ ਫਿਰੇ, ਉਹ ਦੂਜਿਆਂ ਦੀ ਬੇਇੱਜ਼ਤੀ ਕਰੇਗਾ, ਅਪਮਾਨ ਕਰੇਗਾ, ਕੌੜਾ ਬੋਲੇਗਾ, ਫਿੱਕਾ ਨਫ਼ਰਤ ਕਰੇਗਾ। ਜਿਹੜੇ ਚੰਗੇ ਸਨ, ਸੰਨਿਆਸੀ ਸੀ, ਬੈਰਾਗੀ ਸੀ, ਜੋਗੀ ਸੀ, ਜੰਗਮ ਸੀ, ਉਹਨਾਂ ਨੂੰ ਪਤਾ ਸੀ ਕਿ ਕਲਯੁਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਇਹਨਾਂ ਤੋਂ ਬਿਨਾਂ ਪਾਰ ਲੰਘਣਾ ਔਖਾ ਹੈ। ਤਾਂ ਉਹ ਗੁਰੂ ਸਾਹਿਬ ਕੋਲ ਆਏ, ਆ ਕੇ ਚਰਨਾਂ ਤੇ ਮੱਥਾ ਟੇਕਦੇ ਹਨ। ਕਹਿ ਭਏ ਤਵੈ ਕਾਜ ਭਲੇਰੇ। ਉਹ ਲੋਕ ਕਹਿੰਦੇ ਨੇ ਜਿਹੜੇ ਮੇਲੇ 'ਚ ਆਏ ਹੋਏ ਨੇ, ਕਹਿੰਦੇ ਇੱਕ ਪੰਥ ਦੋ ਕਾਜ। ਕਹਿੰਦੇ ਬੜਾ ਵਧੀਆ ਕੰਮ ਬਣ ਗਿਆ। ਕਹਿੰਦੇ ਇੱਕ ਤਾਂ ਤੀਰਥ ਦੇ ਦਰਸ਼ਨ, ਮੇਲੇ ਦੇ ਦਰਸ਼ਨ ਹੋ ਗਏ, ਇਸ਼ਨਾਨ ਹੋ ਗਿਆ, ਤੇ ਦੂਜਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਦਰਸ਼ਨ ਹੋ ਗਏ। ਮੱਜਨ ਕਰਨ ਅਪਰ ਗੁਰ ਹੇਰੇ। ਇੱਕ ਤਾਂ ਇਸ਼ਨਾਨ ਹੋ ਗਿਆ ਤੀਰਥ ਦਾ, ਕੁਰਸ਼ੇਤਰ ਦਾ। ਧਰਮ ਖੇਤਰੇ ਕੁਰੂਕਸ਼ੇਤਰੇ, ਗੀਤਾ ਦਾ ਪਹਿਲਾ ਹੀ ਸ਼ਲੋਕ ਹੈ, ਪਹਿਲਾ ਹੀ ਵਚਨ ਹੈ ਵੀ ਕੁਰਸ਼ੇਤਰ ਧਰਮ ਖੇਤਰ ਹੈ। ਇਹਦੇ ਦਰਸ਼ਨਾਂ ਦਾ ਬਹੁਤ ਵੱਡਾ ਫਲ ਮੰਨਦੇ ਹਿੰਦੂ ਧਰਮ ਦੇ ਵਿੱਚ, ਸਨਾਤਨ ਮਤ ਦੇ ਵਿੱਚ। ਇੱਕ ਤਾਂ ਮਹਾਰਾਜ ਕ੍ਰਿਸ਼ਨ ਜੀ ਦੀ ਧਰਤੀ ਤੇ ਆ ਕੇ ਅਸੀਂ ਇੱਥੇ ਦਾਨ ਪੁੰਨ ਕਰ ਲਿਆ, ਇਸ਼ਨਾਨ ਕਰ ਲਿਆ। ਦੂਜਾ ਇੱਥੇ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ, ਉਹਨਾਂ ਦੇ ਦਰਸ਼ਨ ਕਰ ਲਏ। ਜਿਉਂ ਜਿਉਂ ਸੁਨੈ ਸਿੱਖ ਵਿੱਚ ਮੇਲੇ। ਜਿਹੜੇ ਉੱਥੇ ਆਉਂਦੇ ਸਾਧ ਸੰਗਤ ਜੀ ਮਹਾਰਾਜ ਦੇ ਦਰਸ਼ਨ ਕਰਦੇ ਆ ਮੇਲੇ ਵਿੱਚ ਆ ਕੇ। ਤਿਉਂ ਤਿਉਂ ਆਵਤ ਬ੍ਰਿੰਦ ਸਕੇਲੇ। ਤੇ ਭੱਜੇ ਹੀ ਆਉਂਦੇ ਆ ਲੋਕ, ਚਲੋ ਬਈ ਗੁਰੂ ਦੇ ਦਰਸ਼ਨ ਕਰੀਏ, ਗੁਰੂ ਸਾਹਿਬ ਆਏ ਹਨ। ਬੰਦਨ ਕਰੈ ਚਹੂੰ ਦਿਸ ਖਰੇ। ਕਹਿੰਦੇ ਮਹਾਰਾਜ ਦੇ ਕੋਲ ਹੀ ਮੇਲਾ ਜੁੜ ਗਿਆ ਸਾਰਾ। ਹਜ਼ਾਰਾਂ ਬੰਦੇ, ਲੱਖਾਂ ਬੰਦੇ ਆਏ ਸੀ ਮੇਲੇ 'ਚ। ਜਿਹਨੂੰ ਪਤਾ ਲੱਗਦਾ ਵੀ ਸਤਿਗੁਰੂ ਆਏ, ਉਹ ਸਾਰੇ ਕੰਮ ਛੱਡ ਕੇ ਮਹਾਰਾਜ ਦੇ ਡੇਰੇ ਵੱਲ ਆਈ ਜਾਂਦਾ। ਲੈਣਾ ਲੱਗੀਆਂ ਸੰਗਤਾਂ ਦੀਆਂ, ਮੱਥਾ ਟੇਕਣ ਵਾਲਿਆਂ ਦੀਆਂ। ਬੈਠੇ ਬ੍ਰਿੰਦ ਸਭਾ ਕੋ ਭਰੇ। ਮਹਾਰਾਜ ਦੀ ਸਭਾ ਭਰ ਗਈ, ਵੱਡਾ ਭਾਰੀ ਦੀਵਾਨ ਸਜ ਗਿਆ। ਦੂਰ ਦੂਰ ਤੋਂ ਹੀ ਸੰਗਤਾਂ ਬੈਠੀਆਂ ਹਨ। ਜਿਸ ਦਿਸ ਪ੍ਰੇਰਤ ਦ੍ਰਿਸ਼ਟ ਗਸਾਈ। ਜਿਹੜੇ ਪਾਸੇ ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਿਗਾਹ ਫੇਰਦੇ ਹਨ, ਦ੍ਰਿਸ਼ਟੀ ਕਰਦੇ ਹਨ। ਅਨਕ ਨਰਨ ਪਰ ਸਹਿਜ ਸੁਭਾਈ। ਲੱਖਾਂ ਲੋਕਾਂ ਨੂੰ ਸਹਿ ਸੁਭਾਈ ਤਾਰੀ ਜਾਂਦੇ ਹਨ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਜਿਹਦੇ ਵੱਲ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ,
ਉਹਦੇ ਹੀ ਦੁੱਖ ਕੱਟੇ ਜਾਂਦੇ ਹਨ। ਤਿਸ ਤਿਸ ਨੰਬਰ ਸੀਸ ਗਨ ਹੋਵੇ, ਉਸ ਪਾਸੇ ਸਾਰੇ ਨਿਮਰਤਾ ਨਾਲ ਝੁਕ ਜਾਂਦੇ ਹਨ, ਸਿਰ ਝੁਕਾਉਂਦੇ ਹਨ। ਭਰੇ ਪ੍ਰੇਮ ਠਾਂਡੇ ਸਭ ਜੋਵੈ, ਔਰ ਬੜੇ ਪ੍ਰੇਮ ਨਾਲ ਹੱਥ ਜੋੜ ਕੇ ਖੜੇ ਨੇ, ਕਈ ਕਈ ਬੈਠੇ ਹੋਏ ਨੇ। ਗੁਰ ਕੋ ਫੈਲਿਓ ਸੁਜਸ ਵਿਸੇਖਾ, ਸਾਰੇ ਕੁਰਸ਼ੇਤਰ ਵਿੱਚ ਮੇਲੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਪਸਰ ਗਈ। ਜੈ ਜੈਕਾਰ ਹੋਣ ਲੱਗੀ। ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਹੁਮ ਹੁਮਾ ਕੇ ਆ ਰਹੀਆਂ ਹਨ। ਸੁਨ ਕਿਨ ਰੂਪ ਪ੍ਰਥਮ ਹੀ ਦੇਖਾ, ਕਈ ਤਾਂ ਪਹਿਲਾਂ ਮਹਾਰਾਜ ਦੇ ਦਰਸ਼ਨ ਕਰ ਚੁੱਕੇ ਸਨ ਤੇ ਕਈਆਂ ਨੇ ਮਹਿਮਾ ਸੁਣੀ ਸੀ ਵੀ ਗੁਰੂ ਸਾਹਿਬ ਗੱਦੀ ਤੇ ਬੈਠੇ ਨੇ, 9ਵੇਂ ਪਾਤਸ਼ਾਹ, ਅਜੇ ਦਰਸ਼ਨ ਨਹੀਂ ਸੀ ਕੀਤੇ। ਉਹਨਾਂ ਨੇ ਅੱਜ ਪਹਿਲੀ ਵਾਰੀ ਆ ਕੇ ਦਰਸ਼ਨ ਕੀਤੇ ਹਨ। ਬੂਝੈ ਭਨੈ ਪਰਸ ਪਰ ਕੀ, ਜਿਹੜੇ ਦਰਸ਼ਨ ਕਰਦੇ ਨਿਹਾਲ ਹੋ ਜਾਂਦੇ, ਉਹ ਇੱਕ ਦੂਜੀ ਨੂੰ ਪੁੱਛਦੇ ਹਨ, ਸ੍ਰੀ ਨਾਨਕ ਗਾਦੀ ਪਰ ਏਈ, ਕਹਿੰਦੇ ਇਹੀ ਮਹਾਂਪੁਰਸ਼ ਨੇ ਗੁਰੂ ਨਾਨਕ ਦੀ ਗੱਦੀ ਤੇ, ਕਿਉਂਕਿ ਦੇਖਿਆ ਨਹੀਂ ਨਾ ਮਹਾਰਾਜ ਨੂੰ, ਪਹਿਲਾਂ ਦਰਸ਼ਨ ਨਹੀਂ ਕੀਤੇ। ਇੱਕ ਸਿੱਖ ਦੂਜੇ ਨੂੰ ਪੁੱਛਦਾ ਹੈ, ਇਹ ਕੌਣ ਨੇ? ਉਹ ਕਹਿੰਦੇ ਤੈਨੂੰ ਨਹੀਂ ਪਤਾ? ਕਹਿੰਦੇ ਨਾ। ਕਹਿੰਦੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਤੇ ਹਨ। ਸਕਲ ਕਲਾ ਸਮਰੱਥ ਗੁਰਦੇਵ, ਇਹ ਸਰਬ ਕਲਾ ਸਮਰੱਥ ਗੁਰੂਦੇਵ ਜੀ ਹਨ। ਰੀਜੈ ਹੀਰ ਪ੍ਰੇਮ ਕੀ ਸੇਵ, ਇਹ ਭਾਈ ਇਹ ਤਾਂ ਪ੍ਰੇਮ ਦੇ ਪਿਆਸ ਭੁੱਖੇ ਹਨ, ਕਿਸੇ ਬੰਦੇ ਤੋਂ ਪੈਸਾ ਟਕਾ ਨਹੀਂ ਭਾਲਦੇ। ਜਿਹੜਾ ਪ੍ਰੇਮ ਨਾਲ ਇਹਨਾਂ ਦੀ ਸੇਵਾ ਕਰੇ ਉਹਦੇ ਤੇ ਪ੍ਰਸੰਨ ਹੋ ਜਾਂਦੇ ਹਨ। ਬਸ ਸੇਵਾ ਪ੍ਰੇਮ ਸ਼ਰਧਾ ਵੇਖ ਕੇ ਬੇੜਾ ਬੰਨੇ ਲਾ ਦਿੰਦੇ ਹਨ। ਕਰੈ ਨਿਹਾਲ ਸ਼ਕਤ ਕੇ ਦਾਨੀ, ਇਹ ਤਾਂ ਬੜੇ ਸ਼ਕਤੀਆਂ ਦੇ ਮਾਲਕ ਹਨ। ਇਹ ਨਿਹਾਲ ਕਰ ਦਿੰਦੇ ਆਪਣੇ ਸਿੱਖਾਂ ਸੇਵਕਾਂ ਨੂੰ। ਦੋ ਲੋਕ ਮੈਂ ਸੰਕਟ ਹਾਨੀ, ਇਹ ਦੋਹਾਂ ਲੋਕਾਂ ਦੇ ਸੰਕਟ, ਲੋਕ ਸੁਖੀਏ ਤੇ ਪਰਲੋਕ ਸੁਹੇਲੇ ਬਣਾ ਦਿੰਦੇ ਆ, ਸੰਕਟ ਮੇਟ ਦਿੰਦੇ ਆ। ਇਤਿਆਦਿਕ ਮਹਿਮਾ ਕੋ ਕਹੇ, ਇਸ ਤਰ੍ਹਾਂ ਲੋਕ ਮਹਾਰਾਜ ਜੀ ਦੀ ਮਹਿਮਾ ਕਹਿੰਦੇ ਸੁਣਦੇ ਹਨ। ਇੱਕ ਆਵਤ ਇੱਕ ਜਾਵਤ ਲਹੇ, ਇੱਕ ਜਥਾ ਸੰਗਤਾਂ ਦਾ ਆ ਰਿਹਾ ਹੈ ਦਰਸ਼ਨ ਕਰਕੇ, ਇੱਕ ਜਾ ਰਿਹਾ ਹੈ। ਮਹਾਰਾਜ ਕੋਲ ਆਵਾਜਾਈ ਲੱਗੀ ਹੈ। ਇਸ ਬਿਧ ਦੇ ਦਰਸ਼ਨ ਗੁਰ ਧੀਰ, ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਰਸ਼ੇਤਰ ਵਿੱਚ ਸੂਰਜ ਗ੍ਰਹਿਣ ਦੇ ਮੇਲੇ ਤੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ੇ ਹਨ। ਭਰੀ ਰਹਿ ਸਭ ਬਾਸੁਰ ਪੀਰ, ਜਿੰਨੇ ਦਿਨ ਮੇਲੇ ਤੇ ਰਹੇ ਹਨ ਸਾਧ ਸੰਗਤ ਜੀ, ਉਹ ਮੇਲਾ ਉਹਨਾਂ ਦਿਨਾਂ 'ਚ 10-10 ਦਿਨ ਚੱਲਿਆ ਕਰਦਾ ਸੀ, ਮਹੀਨਾ ਮੇਲਾ ਚੱਲਿਆ ਕਰਦਾ ਸੀ। ਲੋਕ ਪੈਦਲ ਆਉਂਦੇ ਸੀ, ਗੱਡਿਆਂ ਰੇੜਿਆਂ ਤੇ ਆਉਂਦੇ ਸੀ, ਫਿਰ ਆ ਕੇ 2-4 ਦਿਨ ਦਾ ਰਹਿਣਾ ਹੀ ਹੁੰਦਾ ਸੀ, ਕਿਉਂਕਿ ਇੰਨੀ ਦੂਰੋਂ ਆਏ, ਕੋਈ ਕਿੱਥੋਂ, ਕੋਈ ਮੁਲਤਾਨ ਤੋਂ, ਕੋਈ ਪਿਸ਼ਾਵਰ ਤੋਂ। ਅਜੇ ਵੀ ਉੱਥੇ ਕੁਰਸ਼ੇਤਰ ਵਿੱਚ ਤੇ ਭੇ ਵਿੱਚ ਸਾਧ ਸੰਗਤ ਜੀ ਦੀ ਵਹੀਆਂ ਹਨ ਪੰਡਤਾਂ ਦੇ ਕੋਲ, ਪਾਂਡਿਆਂ ਦੇ ਕੋਲ। ਉਹ ਪਾਂਡਿਆਂ ਦੀਆਂ ਵਹੀਆਂ ਪੜ੍ਹ ਕੇ ਪਤਾ ਲੱਗਦਾ ਵੀ ਲੋਕ ਮੁਲਤਾਨ ਤੋਂ, ਪਿਸ਼ਾਵਰ ਤੋਂ, ਕਸ਼ਮੀਰ ਤੋਂ, ਇੱਧਰੋਂ ਬਿਹਾਰ ਤੋਂ, ਕੋਈ ਰਾਜਸਥਾਨ ਤੋਂ, ਕੋਈ ਕਿਤੋਂ ਆਉਂਦੇ ਸੀ ਇੱਥੇ ਕੁਰਸ਼ੇਤਰ ਤੇ। ਉਹ ਆਪਣਾ ਨਾਂ ਦਰਜ ਕਰਾ ਕੇ ਜਾਂਦੇ ਸੀ ਵੱਡੇ ਵਡੇਰੇ। ਅੱਗੇ ਉਹਨਾਂ ਦੇ ਪੁੱਤ ਪੋਤੇ ਆ ਕੇ ਦੇਖਦੇ ਸੀ, ਫਿਰ ਉਹ ਵੀ ਆਪਣਾ ਨਾਂ ਦਰਜ ਕਰਾਉਂਦੇ ਸੀ। ਤੋ ਉੱਥੇ ਕੁਰਸ਼ੇਤਰ 'ਚ ਬੜੀ ਦੁਨੀਆ ਆਈ ਹੋਈ ਸੀ। ਮਹਾਰਾਜ ਮੇਲੇ 'ਚ ਬੈਠੇ ਹੋਏ ਨੇ। ਉਹ ਲੋਕ ਫਿਰ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਨੇ। ਕੇਤਕ ਸੰਤ ਸਕਲ ਮਤ ਕੀਰੇ, ਔਰ ਕਈ ਮਤਾਂ ਦੇ ਸੰਤ ਮਹਾਤਮਾ, ਕਈ ਸੰਨਿਆਸੀ ਮਤ ਦੇ ਹਨ, ਕਈ ਬੈਰਾਗੀ ਮਤ ਦੇ ਹਨ, ਕਈ ਜੋਗੀ ਹਨ, ਕਈ ਜੰਗਮ ਹਨ। ਬੜੇ ਪਹੁੰਚੇ ਹੋਏ ਸਿੱਧ ਪੁਰਸ਼, ਬੰਦਗੀ ਕਰਨ ਵਾਲੇ, ਪਰਮੇਸ਼ਰ ਦੇ ਪਿਆਰੇ। ਸਾਧ ਸੰਗਤ ਜੀ ਸਾਰੇ ਪਖੰਡੀ ਨਹੀਂ ਹੁੰਦੇ। ਅਸੀਂ ਕੱਪੜੇ ਵੇਖ ਕੇ ਕਹਿ ਦਿੰਦੇ ਆ ਵੀ ਇਹਨੇ ਭਗਵੇਂ ਪਾਏ ਨੇ, ਸ਼ਾਇਦ ਇਹ ਪਖੰਡੀ ਹੋਵੇਗਾ। ਇਹਨੇ ਚਿੱਟੇ ਕੱਪੜੇ ਪਾਏ ਨੇ, ਇਹ ਪਖੰਡੀ ਹੋਵੇਗਾ। ਇਹ ਜੀ ਨੀਲੇ ਕੱਪੜੇ ਪਾਏ ਫਿਰਦਾ, ਇਹ ਪਖੰਡੀ। ਕਿਸੇ ਵੀ ਭੇਸ ਵਿੱਚ ਪਖੰਡੀ ਵੀ ਹੋ ਸਕਦੇ ਨੇ ਤੇ ਸੱਚੇ ਵੀ ਹੋ ਸਕਦੇ ਨੇ। ਜਿਨ੍ਹਾਂ ਨੂੰ ਰੱਬ ਨੂੰ ਮਿਲਣ ਦੀ ਚਾਹਨਾ ਹੁੰਦੀ, ਉਹ ਵੀ ਹੁੰਦੇ ਨੇ। ਬਾਣੀ 'ਚ ਜਿਹੜਾ ਬਚਨ ਆਉਂਦਾ ਨਾ, ਦੇਵਤਿਆਂ ਦਰਸ਼ਨ ਕੈ ਤਾਈ ਦੁਖ ਭੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਤੇ, ਕਰ ਕਰ ਭਗਵੇਂ ਭੇਸ ਭਏ, ਤੋ ਕਾਰਨ ਸਾਹਿਬਾ ਰੰਗ ਰਤੇ। ਇਹ ਸ਼ਬਦ ਖੰਡਨ ਵਿੱਚ ਨਹੀਂ ਆਇਆ, ਇਹ ਮੰਡਨ ਵਿੱਚ ਆਇਆ। ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਤੇਰੇ ਦਰਸ਼ਨਾਂ ਵਾਸਤੇ ਪਿਆਰਿਆਂ ਨੇ ਕੀ ਨਹੀਂ ਕੀਤਾ।
ਤੇ ਉਹ ਜਿਹੜੇ ਇਸ ਤਰ੍ਹਾਂ ਦੇ ਸਨ, ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਸਨ, ਉਹ ਸੰਨਿਆਸੀ ਹੋਣ, ਬੈਰਾਗੀ ਹੋਣ, ਜੋਗੀ ਹੋਣ, ਜੰਗਮ ਹੋਣ, ਗ੍ਰਸਤੀ ਹੋਣ, ਬ੍ਰਹਮਚਾਰੀ ਹੋਣ, ਕਿਸੇ ਸੰਪਰਦਾ ਦੇ ਹੋਣ, ਉਹ ਕੁਝ ਭਾਲਦੇ ਫਿਰਦੇ ਨੇ, ਉਸ ਰਸਤੇ ਦੀ ਚਾਬੀ, ਉਸ ਤਾਲੇ ਨੂੰ ਖੋਲ੍ਹਣਾ ਚਾਹੁੰਦੇ ਨੇ। ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਸਾਡੀ ਕੋਈ ਸੁਰਤ ਜੁੜ ਜਾਵੇ। ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੋਹਿ ਮਾਰਗ ਦਿਖਲਾਵੈ। ਇਹੋ ਜਿਹੇ ਵੀ ਨੇ ਉਹ ਜਿਹੜੇ ਕਈ ਮਤਾਂ ਦੇ ਸਾਧੂ ਸੰਤ ਮਹਾਤਮਾ ਮਹਾਂਪੁਰਸ਼ ਹਨ। ਮਿਲੈ ਬਿਠਾਵੈ ਤਿਨ ਕੋ ਨੇਰੇ, ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਣ ਆਉਂਦੇ ਨੇ। ਮਹਾਰਾਜ ਵੀ ਉਹਨਾਂ ਦੀ ਬੜੀ ਇੱਜ਼ਤ ਕਰਦੇ ਨੇ। ਇਹ ਨਹੀਂ ਵੇਖਦੇ ਵੀ ਇਹਨੇ ਭਗਵੇਂ ਕੱਪੜੇ ਪਾਏ ਤੇ ਪਰੇ ਹੋ, ਜਿਵੇਂ ਅੱਜ ਕੱਲ੍ਹ ਅਸੀਂ ਕਰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਜਿਹੜੇ ਮੇਰੇ ਵਰਗੇ ਕੱਪੜੇ ਪਾਏ ਨੇ, ਜਾਂ ਮੇਰੇ ਵਾਲਾ ਹੀ ਪਹਿਰਾਵਾ ਹੈ, ਮੇਰੇ ਵਾਲੀ ਸੋਚ ਦਾ ਬੰਦਾ ਠੀਕ ਹੈ, ਤੇ ਜਿਹੜਾ ਮੇਰੇ ਨਾਲ ਸੈੱਟ ਨਹੀਂ ਉਹ ਪਰੇ ਹੋ ਜਾਏ। ਇਹ ਸਿੱਖੀ ਨਹੀਂ ਹੈ, ਇਹ ਗੁਰੂ ਸਾਹਿਬ ਦੀ ਮੱਤ ਨਹੀਂ ਹੈ। ਗੁਰੂ ਸਾਹਿਬ ਦੀ ਮੱਤ ਹੈ ਕਿ ਉਹਦੇ ਅੰਦਰ ਕਿੰਨਾ ਪਿਆਰ ਹੈ, ਕਿੰਨੀ ਸ਼ਰਧਾ, ਉਹਨੂੰ ਪਿਆਰ ਕਰੋ, ਬਸ ਇਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਸਭ ਨੂੰ ਕੋਲ ਬਿਠਾਉਂਦੇ ਹਨ, ਉਹਨਾਂ ਨਾਲ ਪ੍ਰੇਮ ਨਾਲ ਗੱਲਬਾਤ ਕਰਦੇ ਹਨ। ਉਹਨਾਂ ਦਾ ਕੋਈ ਅਧਿਆਤਮਿਕ ਤੌਰ ਦਾ, ਕੋਈ ਰੂਹਾਨੀਅਤ ਦਾ ਕੋਈ ਸਵਾਲ ਹੁੰਦਾ ਤੇ ਸੱਚੇ ਪਾਤਸ਼ਾਹ ਉਸ ਸਵਾਲ ਦਾ ਜਵਾਬ ਦੇ ਕੇ ਉਹਦੇ ਮਨ ਦੀ ਤਸੱਲੀ ਕਰ ਦਿੰਦੇ। ਉਹਨੂੰ ਪਰਮਾਤਮਾ ਬਾਰੇ ਕੋਈ ਸ਼ੰਕਾ ਹੁੰਦਾ, ਉਹਦਾ ਸ਼ੰਕਾ ਦੂਰ ਕਰ ਦਿੰਦੇ। ਉਹਨਾਂ ਸਾਧੂਆਂ ਦੀ ਇੱਜ਼ਤ ਕਰਦੇ, ਉਹਨਾਂ ਦਾ ਬਹੁਤ ਮਾਣ ਕਰਦੇ ਸਤਿਗੁਰੂ। ਸ਼ੁਭ ਸੰਵਾਦ ਸ਼ਾਂਤ ਕੀ ਕਰੈ, ਤੇ ਸ਼ਾਂਤ ਕੀ ਸੰਵਾਦ, ਪਿਆਰ ਨਾਲ। ਸੰਤ ਮਿਲੈ ਕਿਛ ਸੁਣੀਐ ਕਹੀਐ, ਬਹਿਸ ਨਹੀਂ ਕਰਦੇ। ਸਾਧ ਸੰਗਤ ਦੀ 4 ਪ੍ਰਕਾਰ ਦੀ ਚਰਚਾ ਹੈ। ਇੱਕ ਚਰਚਾ ਹੈ ਵਿਤੰਡਾਵਾਦ, ਆਪਣੀ ਗੱਲ ਹੀ ਰੌਲਾ ਪਾਈ ਜਾਣੀ, ਦੂਜੇ ਦੀ ਸੁਣਨੀ ਕੋਈ ਨਹੀਂ, ਆਪਣੀ ਗੱਲ ਦਾ ਰੌਲਾ ਹੀ ਪਾਈ ਜਾਣਾ, ਉਹਨੂੰ ਕਹਿੰਦੇ ਵਿਤੰਡਾ। ਇੱਕ ਹੁੰਦੀ ਹੈ ਜਲਪ, ਗੱਲ ਇਹੋ ਜਿਹੀ ਕਰਨੀ ਅਗਲੇ ਨੂੰ ਅੱਗ ਲੱਗ ਜੇ, ਅਗਲੇ ਨੂੰ ਇਹ ਚੂੰਡੀ ਵੱਢ ਦੇਣੀ, ਅਗਲਾ ਸੜ ਜਾਵੇ। ਇੱਕ ਹੁੰਦੀ ਹੈ ਹੇਤ, ਪ੍ਰੇਮ ਨਾਲ ਗੱਲ ਕਰਨੀ। ਇੱਕ ਹੁੰਦੀ ਵਾਦ, ਪਰਸਪਰ ਕੋਈ ਗੱਲ ਪੁੱਛਣੀ ਕਰਨੀ। ਸੰਤ ਮਿਲਿਆ ਕਿ ਸੁਣੀਆ ਕਹੀ ਹੈ, ਮਿਲਿਆ ਸੰਤ ਮਸਤ ਕਰ ਰਹੀ ਹੈ। ਸਤਿਗੁਰੂ ਪ੍ਰੇਮ ਨਾਲ ਗੱਲ ਕਰਦੇ ਆ, ਸੰਤਾਂ ਦੀ ਗੱਲ ਸੁਣਦੇ ਆ। ਸੰਤਾਂ ਨੂੰ ਜਿਵੇਂ ਬਾਣੀ ਚ ਆਉਂਦਾ ਨਾ ਵੀ ਸੰਤ ਸਭਾ ਜੈਕਾਰੋ, ਸੰਤਾਂ ਦੀ ਸਭਾ ਵਿੱਚ ਜੈ ਜੈਕਾਰ ਹੁੰਦੀ ਹੈ। ਉਹ ਗੱਲ ਕਾਹਦੀ ਕਰਦੇ, ਪਰਮੇਸ਼ਰ ਦੀ, ਵਾਹਿਗੁਰੂ ਦੀ ਗੱਲਾਂ ਸਿਰਜਣਹਾਰ। ਸੋ ਸਤਿਗੁਰੂ ਜੀ ਉਹਨਾਂ ਸਾਧੂਆਂ ਨਾਲ ਬੜੇ ਪ੍ਰੇਮ ਨਾਲ ਵਰਤਦੇ ਹਨ। ਜਿਸ ਤੇ ਸ੍ਰੀ ਪ੍ਰਭ ਕਰੁਣਾ ਢਰੈ, ਉਹ ਵੀ ਬੜੇ ਪ੍ਰੇਮ ਨਾਲ ਗੁਰੂ ਸਾਹਿਬ ਅੱਗੇ ਪੇਸ਼ ਆਉਂਦੇ ਆ, ਬੜੀ ਨਿਮਰਤਾ ਨਾਲ ਮੱਥਾ ਟੇਕਦੇ ਆ, ਸਤਿਕਾਰ ਕਰਦੇ ਗੁਰੂ ਸਾਹਿਬ ਦਾ, ਤਾਂ ਕਿ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ ਤੇ ਸਾਡੇ ਮਨ ਦੀ ਜਗਿਆਸਾ ਪੂਰੀ ਹੋ ਜਾਵੇ। ਉਹਨਾਂ ਨੂੰ ਪਤਾ ਹੈ ਕਿ ਕਲਯੁਗ ਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਦਾ ਅਵਤਾਰ ਗੁਰੂ ਨਾਨਕ ਦੇਵ ਜੀ ਹੋਏ ਨੇ। ਇਹ ਉਹਨਾਂ ਦਾ ਹੀ ਰੂਪ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ। ਇਹ ਸਾਨੂੰ ਪ੍ਰਮਾਤਮਾ ਤੱਕ ਪਹੁੰਚਾ ਸਕਦੇ ਨੇ। ਸੁਣ ਸੁਣ ਧੰਨ ਧੰਨ ਕਹਿ ਜਾਤ, ਤੇ ਜਦੋਂ ਗੁਰੂ ਸਾਹਿਬ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਨੇ, ਉਹ ਸੁਣ ਕੇ ਕਹਿੰਦੇ ਧੰਨ ਹੋ ਗੁਰੂ ਜੀ, ਧੰਨ ਹੋ। ਜਿਹੜਾ ਇੰਨੇ ਸਾਲਾਂ ਦਾ ਮੇਰੇ ਮਨ ਦਾ ਸਵਾਲ ਸੀ, ਅੱਧੇ ਮਿੰਟ 'ਚ ਤੁਸੀਂ ਪੂਰਾ ਕਰ ਦਿੱਤਾ। ਮਹਾਰਾਜ ਉਹ ਅੰਦਰੋਂ ਦੀ ਜਾਣ ਲੈਂਦੇ ਨੇ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ। ਮਹਾਰਾਜ ਉਹਨਾਂ ਦੇ ਸਵਾਲਾਂ ਦਾ ਤਤਕਾਲ ਹੀ ਉੱਤਰ ਦਿੰਦੇ ਨੇ। ਕਰਹਿ ਸਰਾਹਨ ਕੀ ਬਹੁ ਬਾਤ, ਤੇ ਗੁਰੂ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਰਾਹਨਾ ਕਰਦੇ ਹੋਏ ਜਾਂਦੇ ਨੇ। ਚੇਤਕ ਸਾਧ ਨਮਰਤਾ ਧਰੈ, ਕਈ ਸਾਧ ਬੜੀ ਨਿਮਰਤਾ ਰੱਖਦੇ ਨੇ, ਬਹੁਤ ਪਿਆਰ ਵਾਲੇ ਹੁੰਦੇ ਨੇ। ਸ੍ਰੀ ਗੁਰ ਸਾਥ ਬੂਝ ਬੋ ਕਰੈ, ਉਹ ਗੁਰੂ ਸਾਹਿਬ ਨੂੰ ਪਿਆਰ ਨਾਲ ਪੁੱਛਦੇ ਨੇ, ਪ੍ਰਭ ਜੀ ਇਹ ਮੇਲਾ ਕਰ ਆਛੇ। ਇਹ ਸਤਿਗੁਰੂ ਜੀ, ਗੁਰੂ ਜੀ ਆ ਮੇਲਾ ਕਰਕੇ ਬਹੁਰ ਗਮਨ ਕੋ ਕਿਤ ਦਿਸ ਬਾਛੇ। ਫਿਰ ਆਪ ਜੀ ਨੇ ਕਿੱਧਰ ਜਾਣਾ ਹੈ, ਅਗਲੀ ਯਾਤਰਾ ਕਿਹੜੇ ਪਾਸੇ ਦੀ ਕਰੋਗੇ, ਕਿ ਕਿਹੜੇ ਤੀਰਥ ਨੂੰ ਜਾਓਗੇ ਜਾਂ ਕਿਹੜੇ ਇਲਾਕੇ ਨੂੰ ਤਾਰੋਗੇ। ਮਦਰ ਦੇਸ਼ ਕੋ ਕਰੋ ਪਿਆਨਾ, ਕੀ ਗੁਰੂ ਜੀ ਵਾਪਸ ਪੰਜਾਬ ਨੂੰ ਜਾਓਗੇ, ਮਦਰ ਦੇਸ਼ ਨੂੰ ਜਾਓਗੇ, ਕੈਦੋਂ ਆਨ ਥਾਨ ਕੋ ਜਾਨਾ, ਜਾਂ ਕਿਤੇ ਹੋਰ ਕਿਸੇ ਥਾਂ ਤੇ ਜਾਣਾ ਚਾਹੋਗੇ। ਸੁਨ ਸ੍ਰੀ ਤੇਗ ਬਹਾਦਰ ਭਾਖਾ, ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਸਾਧੂਆਂ ਦਾ ਸਵਾਲ ਸੁਣ ਕੇ ਕਹਿੰਦੇ ਹਨ,
ਤੀਰਥ ਕਰਬੇ ਕੀ ਅਬਲਾਖਾ। ਮਹਾਰਾਜ ਕਹਿੰਦੇ ਭਾਈ ਸੰਤ ਜਨੋ, ਸਾਡੀ ਇੱਛਾ ਹੈ ਕਿ ਹਿੰਦੁਸਤਾਨ ਦੇ ਜਿਹੜੇ ਪੂਰਬ ਵਾਲੇ ਪਾਸੇ ਪਵਿੱਤਰ ਤੀਰਥ ਹਨ ਉਹਨਾਂ ਦੇ ਵੀ ਦਰਸ਼ਨ ਕਰੀਏ, ਕਿਉਂਕਿ ਤੀਰਥ ਜਿਹੜੇ ਸਨ ਅਰਦਾਸ ਕਰ ਰਹੇ ਸਨ ਵੀ ਕਾ ਸਤਿਗੁਰੂ ਜੀ ਆ ਕੇ ਸਾਡੇ 'ਚ ਆਪਣੇ ਚਰਨ ਪਾਓ। ਬਾਣੀ ਚਾਹੁੰਦਾ ਨਾ, ਗੰਗਾ ਜਮਨਾ ਸਰਸਵਤੀ ਗੋਦਾਵਰੀ ਆਦਿਕ ਜਿੰਨੇ ਤੀਰਥ ਨੇ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ। ਉਹ ਸਾਰੇ ਤੀਰਥ ਸਾਧੂਆਂ ਦੇ ਚਰਨਾਂ ਦੀ ਧੂੜ ਦੀ ਲੋਚਦੇ ਨੇ। ਤੋ ਮਹਾਰਾਜ ਕਹਿੰਦੇ ਵੀ ਸਾਨੂੰ ਹੁਣ ਤੀਰਥਾਂ ਦੇ ਦਰਸ਼ਨਾਂ ਦੀ ਇੱਛਾ ਹੋਈ ਹੈ। ਪੂਰਬ ਦਿਸ਼ਾ ਪੁੰਜ ਥਲ ਪਾਵਨ। ਜਿਹੜਾ ਪੂਰਬ ਵਾਲਾ ਪਾਸਾ ਹਿੰਦੁਸਤਾਨ ਦਾ, ਈਸਟ ਵਾਲਾ ਪਾਸਾ ਹੈ, ਉਧਰ ਬਹੁਤ ਸਾਰੇ ਪਵਿੱਤਰ ਤੀਰਥ ਹਨ। ਕਰੈ ਅਨੇਕਨ ਮਹਿ ਬਰ ਨਾਵਨ। ਉਹਨਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਾਂਗੇ, ਉੱਥੇ ਜਾ ਕੇ ਸੰਗਤਾਂ ਨੂੰ ਗੁਰਬਾਣੀ ਦਾ ਉਪਦੇਸ਼ ਦੇਾਂਗੇ। ਬ੍ਰਹਮ ਪੁੱਤਰ ਲੋ ਤੀਰਥ ਕਨੇ। ਮਹਾਰਾਜ ਕਹਿੰਦੇ ਬ੍ਰਹਮਪੁੱਤਰ ਦਰਿਆ ਤੱਕ ਜਿੰਨੇ ਵੀ ਤੀਰਥ ਨੇ, ਗੰਗਾ ਜਮਨਾ ਇਲਾਹਾਬਾਦ ਪ੍ਰਯਾਗ ਬਨਾਰਸ ਪਟਨਾ ਗਇਆ, ਇਸੇ ਤਰ੍ਹਾਂ ਹੋਰ ਬੜੇ ਤੀਰਥ ਵੱਡੇ ਛੋਟੇ ਹਨ ਜਿਹੜੇ ਹਿੰਦੁਸਤਾਨ ਦੇ ਈਸਟ ਵਾਲੇ ਪਾਸੇ ਹਨ, ਪੂਰਬ ਵਾਲੇ ਪਾਸੇ ਹਨ। ਅਸੀਂ ਉਧਰ ਜਾਵਾਂਗੇ। ਸਨੇ ਸਨੇ ਕਰ ਹੈ ਸੁਖ ਸਨੇ। ਸਹਿਜੇ ਸਹਿਜੇ ਉਹਨਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਾਂਗੇ। ਜਮਨਾ ਸੁਰਸਰ ਪੁਨ ਪਰਿਆਗ। ਜਮਨਾ ਤੇ ਜਾਵਾਂਗੇ, ਜਮਨਾ ਦਾ ਇਸ਼ਨਾਨ ਕਰਾਂਗੇ, ਫਿਰ ਗੰਗਾ ਦੇ ਦਰਸ਼ਨ ਕਰਾਂਗੇ। ਆਦ ਗਿਆ ਜਿਨ ਤੇ ਅਗ ਭਾਗ। ਫਿਰ ਗਿਆ ਜੀ ਜਾਵਾਂਗੇ, ਪ੍ਰਯਾਗ ਜਾਵਾਂਗੇ, ਹੋਰ ਜਿਹੜੇ ਪਵਿੱਤਰ ਤੀਰਥ ਹਨ। ਇਹਨੂੰ ਸਤਿਗੁਰ ਤੇ ਸੁਨ ਹਰ ਖਾਏ। ਉਹ ਸਾਧੂਆਂ ਮਹਾਤਮਾ ਨੇ ਜਦੋਂ ਗੁਰੂ ਸਾਹਿਬ ਦੇ ਬਚਨ ਸੁਣੇ ਬੜੇ ਖੁਸ਼ ਹੋਏ। ਕਹੈ ਸਾਥ ਹਮ ਉਤਮ ਪਾਏ। ਉਹ ਕਹਿੰਦੇ ਗੁਰੂ ਜੀ ਸਾਡਾ ਵੀ ਜੀ ਕਰਦਾ ਅਸੀਂ ਉਹਨਾਂ ਤੀਰਥਾਂ ਦੇ ਦਰਸ਼ਨ ਕਰੀਏ, ਪਰ ਸਾਥ ਕੋਈ ਨਹੀਂ ਬਣਦਾ। ਸਾਨੂੰ ਵੀ ਨਾਲ ਰੱਖੋ, ਕਿਉਂਕਿ ਤੁਹਾਡਾ ਸਾਥ ਬੜਾ ਉੱਤਮ ਹੈ। ਗੁਰੂ ਸਾਹਿਬ ਤੁਹਾਡੇ ਨਾਲ ਅਸੀਂ ਵੀ ਚੱਲਾਂਗੇ। ਗੁਰੂ ਸਾਹਿਬ ਦੇ ਨਾਲ 700 ਸਾਧੂ ਦੱਸਿਆ ਇਤਿਹਾਸ ਵਿੱਚ ਵੀ ਗਿਆ। ਉਹਨਾਂ ਵਿੱਚ ਬਹੁਤ ਸਾਰੇ ਬੈਰਾਗੀ, ਸੰਨਿਆਸੀ, ਉਦਾਸੀ, ਕਈ ਸੰਪਰਦਾ ਦੇ ਸਨ। ਇਹ ਨਹੀਂ ਸੀ ਗੁਰੂ ਦੀ ਜਹੀਰ ਦੇ ਵਿੱਚ ਵੀ ਕੋਈ ਸੰਪਰਦਾ ਦੇ ਜਾਣਗੇ। ਵੱਖਰੇ ਵੱਖਰੇ, ਕੋਈ ਨਿਰਾਕਾਰ ਦੀ ਪੂਜਾ ਕਰਨ ਵਾਲੇ ਸਨ, ਕਈ ਸਾਕਾਰ ਦੀ ਪੂਜਾ ਕਰਨ ਵਾਲੇ ਸਨ, ਕੋਈ ਕਿਸੇ ਧਰਮ ਨੂੰ ਮੰਨਣ ਵਾਲਾ, ਕੋਈ ਕਿਸੇ ਦੇਵੀ ਦੇਵਤਾ ਨੂੰ ਮੰਨਣ ਵਾਲਾ ਸੀ, ਪਰ ਗੁਰੂ ਦੇ ਨਾਲ ਸਾਰੇ ਗਏ ਸਨ। ਮਹਾਰਾਜ ਕਹਿੰਦੇ ਸਾਰੇ ਭਾਈ ਚਲੋ। ਨਿਤਰਾਵਰ ਕੋ ਦਰਸ਼ਨ ਦਰਸੈ। ਉਹ ਸਾਧੂ ਕਹਿੰਦੇ ਮਹਾਰਾਜ ਤੁਹਾਡੇ ਨਾਲ ਜਾ ਕੇ ਨਿਤਾ ਪ੍ਰਤੀ ਤੀਰਥਾਂ ਦੇ ਦਰਸ਼ਨ ਕਰਾਂਗੇ। ਪਾਵਨ ਤੀਰਥ ਬ੍ਰਿੰਦਨ ਪਰਸੈ। ਪਵਿੱਤਰ ਤੀਰਥਾਂ ਨੂੰ ਪਰਸਾਂਗੇ, ਤੀਰਥਾਂ ਦੇ ਦਰਸ਼ਨ ਕਰਾਂਗੇ, ਨਾਲੇ ਤੁਹਾਡੀ ਸੰਗਤ ਹੋਵੇਗੀ, ਬਾਣੀ ਸੁਣਾਂਗੇ, ਤੁਹਾਡੀ ਲੰਗਰ ਪ੍ਰਸ਼ਾਦਾ ਗੁਰੂ ਕੇ ਲੰਗਰਾਂ 'ਚ ਛਕਾਂਗੇ ਤੇ ਤੀਰਥਾਂ ਦੀ ਯਾਤਰਾ ਕਰਾਂਗੇ। ਦੇਸ਼ ਅਨੇਕਨ ਕੀ ਕਰ ਸੈਲ। ਇਹ ਸਤਿਗੁਰੂ ਜੀ ਅਨੇਕਾਂ ਦੇਸ਼ਾਂ ਦੀ ਤੁਹਾਡੇ ਨਾਲ ਰਹਿ ਕੇ ਸੈਲ ਕਰਾਂਗੇ। ਰਹਿ ਸੁਖਾਲੇ ਤੁਮ ਰੇ ਗਏ। ਤੁਹਾਡੇ ਨਾਲ ਸੌਖੇ ਰਵਾਂਗੇ, ਕਿਉਂਕਿ ਸਾਥ ਤੁਹਾਡਾ ਮਿਲਿਆ ਰਹੇਗਾ। ਤੁਹਾਡੀ ਦੇਖ ਰੇਖ ਵਿੱਚ ਯਾਤਰਾ ਹੋਵੇਗੀ ਤੀਰਥਾਂ ਦੀ। ਤੀਰਥ ਯਾਤਰਾ ਕੋ ਗੁਰ ਜਾਹੇ। ਆ ਮਹਾਰਾਜ ਤੁਸੀਂ ਤੀਰਥ ਯਾਤਰਾ ਤੇ ਚੱਲਿਓ, ਫਿਰ ਸਾਨੂੰ ਨਾਲ ਲੈ ਕੇ ਚੱਲੋ। ਵਿਦਤ ਭਈ ਸਭ ਸਾਧਨ ਮਾਹੇ। ਇਹ ਸਾਧੂਆਂ ਦੇ ਵਿੱਚ ਗੱਲ ਪ੍ਰਗਟ ਹੋ ਗਈ। ਸਾਧੂ ਕੁਰਸ਼ੇਤਰ ਦੇ ਮੇਲੇ ਦੇ ਬਹੁਤ ਆਏ ਹੁੰਦੇ, ਕਈ ਹਜ਼ਾਰਾਂ ਸਾਧ ਇਕੱਠੇ ਹੁੰਦੇ, ਲੱਖਾਂ ਹੀ ਇਕੱਠੇ ਹੁੰਦੇ। ਉਹਨਾਂ ਵਿੱਚੋਂ ਜਿਹੜੇ ਜਾਣਾ ਚਾਹੁੰਦੇ ਸੀ ਤੀਰਥਾਂ ਦੇ ਯਾਤਰਾ ਤੇ, ਉਹ ਗੁਰੂ ਸਾਹਿਬ ਦੇ ਵਹੀਰ ਦੇ ਨਾਲ ਰਾਜੀ ਹੋ ਪਏ ਚੱਲਣ ਲਈ। ਮੁਦਤ ਹੋਏ ਕਰ ਦੇ ਕਨੇਰੇ। ਬੜੇ ਖੁਸ਼ ਹੋਏ ਉਹ ਸਾਧੂ ਵੀ ਸਾਡੀ ਤੇ ਕਿਸਮਤ ਖੁੱਲ ਗਈ। ਸਾਨੂੰ ਇੱਕ ਤਾਂ ਗੁਰੂ ਮਹਾਰਾਜ ਦਾ ਸਾਥ ਮਿਲ ਗਿਆ, ਗੁਰੂ ਦੇ ਨਾਲ ਰਵਾਂਗੇ। ਦੂਸਰਾ ਉੱਥੇ ਤੀਰਥਾਂ ਦੇ ਦਰਸ਼ਨ ਮੇਲੇ ਹੋਣਗੇ। ਆਨ ਮਿਲੇ ਸਤਿਗੁਰ ਕੇ ਡੇਰੇ। ਇਸ ਤਰ੍ਹਾਂ ਸਾਰੇ ਸਾਧੂ ਮਹਾਤਮਾ ਗੁਰੂ ਤੇਗ ਬਹਾਦਰ ਸਾਹਿਬ ਦੀ ਵਹੀਰ 'ਚ ਸ਼ਾਮਲ ਹੋ ਗਏ। ਵਾਧਾ ਹੋ ਗਿਆ ਗੁਰੂ ਦੀ ਵਹੀਰ ਦਾ, ਦਿਨੋਂ ਦਿਨ ਵਹੀਰ ਵੱਧਦਾ ਗਿਆ। ਤੇ ਜੇ ਸਾਧ ਸੰਗਤ ਜੀ ਅੱਜ ਕੱਲ ਵਰਗੇ ਸਿੱਖ ਹੁੰਦੇ ਡਾਂਗਾ ਮਾਰ ਕੇ ਭਜਾ ਦੇਣਾ ਸੀ ਵੀ ਤੁਸੀਂ ਕਿੱਥੋਂ ਆ ਗਏ ਨਾਂਗੇ ਜੇ ਸਾਡੇ ਕੋਲ। ਗੁਰੂ ਦਾ ਦਾਇਰਾ ਵੱਡਾ ਸੀ, ਗੁਰੂ ਦੀ ਸੋਚ ਵੱਡੀ ਸੀ, ਗੁਰੂ ਦੀ ਗਲਵੱਕੜੀ ਵੱਡੀ ਸੀ। ਕਾਸ਼ ਜੇ ਸਾਡੀ ਗਲਵੱਕੜੀ ਵੀ ਅੱਜ ਗੁਰੂ ਵਾਲੀ ਬਣ ਜਾਵੇ, ਅਸੀਂ ਦੂਜਿਆਂ ਨੂੰ ਤਾਂ ਕੀ ਆਪਣਿਆਂ ਨੂੰ ਹੀ ਆਪਣਾ ਸਮਝ ਲਈਏ। ਜਿਹੜੇ ਗੁਰੂ ਨਾਨਕ ਨੂੰ ਮੰਨਣ ਵਾਲੇ ਉਹਨਾਂ ਨੂੰ ਹੀ ਗਲਵੱਕੜੀ ਪਾ ਲਈਏ। ਅਸੀਂ ਇੰਨਾ ਵੀ ਨਹੀਂ ਕਰਦੇ, ਇੰਨੇ ਕੱਟੜ ਹੋ ਗਏ ਹਾਂ ਅਸੀਂ, ਇੰਨੀ ਮੁਤੱਸਬ ਸਾਡੇ ਵਿੱਚ ਹੈ, ਇੰਨੀ ਈਰਖਾ ਸਾਡੇ ਵਿੱਚ ਹੈ।
ਵੀ ਮੱਥੇ ਦੇ ਤਿਉੜੀਆਂ ਪੈ ਜਾਂਦੀਆਂ ਵੇਖ ਕੇ ਵੀ ਫਲਾਣਾ ਇਹ ਕਿਹੜੀ ਸੰਪਰਦਾ ਦਾ ਆ ਗਿਆ, ਇਹ ਕਿਹੜਾ ਆ ਗਿਆ। ਨਹੀਂ, ਗੁਰੂ ਨਾਨਕ ਨਹੀਂ ਇਦਾਂ ਕਹਿੰਦਾ। ਗੁਰੂ ਨਾਨਕ ਤਾਂ ਹਰ ਇੱਕ ਪਸ਼ੂ ਪੰਛੀ ਨੂੰ ਵੀ ਪਿਆਰ ਕਰਨਾ ਸਿਖਾਉਂਦਾ ਹੈ। ਤੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦੀ ਮੱਤ ਦੇਖੋ, ਮਹਾਰਾਜ ਦੇ ਨਾਲ ਸੰਨਿਆਸੀ ਵੀ ਤੁਰ ਪਏ, ਬੈਰਾਗੀ ਵੀ ਤੁਰ ਪਏ, ਜੋਗੀ ਵੀ ਤੁਰ ਪਏ, ਜੰਗਮ ਵੀ ਤੁਰ ਪਏ। ਕਈ ਸੰਪਰਦਾਇ ਦੇ ਸਾਧੂ ਸੀ, ਉਹਨਾਂ ਦਾ ਆਪਣਾ ਵੀ ਬੜਾ ਮਤ ਭੇਦ ਹੁੰਦਾ। ਉਹ ਜਿਹੜੇ ਲੋਕ ਨੇ ਨਾ, ਜਿਵੇਂ ਆਪਣੇ ਵਿੱਚ ਵੀ ਛੋਟੀਆਂ ਛੋਟੀਆਂ, ਉਹਨਾਂ ਵਿੱਚ ਹਿੰਦੂਆਂ 'ਚ ਤਾਂ ਬੜੇ ਹੀ ਨੇ। ਉਹ ਕਹਿੰਦੇ ਜਿਵੇਂ ਨਾਂਗੇ ਕਹਿੰਦੇ ਅਸੀਂ ਪਹਿਲਾਂ ਗੰਗਾ ਦੇ ਇਸ਼ਨਾਨ ਕਰਨਾ, ਲੜ ਪੈਂਦੇ ਉੱਥੇ। ਕਈ ਵਾਰੀ ਉੱਥੇ ਕਤਲ ਵੀ ਹੋ ਗਏ, ਬੰਦੇ ਮਰ ਗਏ ਕੁੰਭ ਦੇ ਮੇਲੇ ਤੇ। ਪਰ ਗੁਰੂ ਨਾਨਕ ਦੇ ਘਰ ਆ ਕੇ ਸਾਰੇ ਇਕੱਠੇ। ਇੱਥੇ ਸ਼ੇਰ ਵੀ ਪਾਣੀ ਪੀਂਦਾ, ਬੱਕਰੀ ਵੀ ਇਸ ਘਾਟ ਦੇ ਪਾਣੀ ਪੀਂਦੀ। ਗੁਰੂ ਨਾਨਕ ਦਾ ਇਹੋ ਜਿਹਾ ਬੱਕਰੀ ਸਿੰਘ ਇਕਤਾ ਥਾਏ ਰੱਖੇ, ਮਨ ਹਰ ਜਪ ਭਰਮ ਪਉ ਦੂਰ ਕੀਜੈ। ਪਾਤਸ਼ਾਹ ਮਹਾਰਾਜ ਦੇ ਨਾਲ ਚੱਲਣ ਨੂੰ ਸੈਂਕੜੇ ਸਾਧੂ ਤਿਆਰ ਹੋ ਗਏ। ਇੱਕ ਦੋ ਦਿਨ ਬੀਤੇ ਸੁਭਾਏ, ਇਸ ਤਰ੍ਹਾਂ ਇੱਕ ਦੋ ਦਿਨ ਬੀਤੇ ਹਨ। ਸਮਾਂ ਗ੍ਰਹਿਣ ਕੋ ਪਹੁੰਚਿਓ ਆਏ। ਸੂਰਜ ਗ੍ਰਹਿਣ ਦਾ ਮੇਲਾ ਆ ਗਿਆ। ਉਹ ਜਦੋਂ ਗ੍ਰਹਿਣ ਲੱਗਣਾ ਸੀ ਨਾ ਸੂਰਜ ਨੂੰ, ਉਹ ਟਾਈਮ ਆ ਗਿਆ। ਪਾਵਨ ਜਲ ਮੱਜੇ ਤੇ ਸਵੇਰੇ, ਸਾਰੀ ਦੁਨੀਆ ਨੇ ਬ੍ਰਹਮ ਸਰੋਵਰ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ ਹੈ। ਦਇਓ ਦਿਜਨ ਕੋ ਦਾਨ ਕਨੇਰੇ, ਔਰ ਬ੍ਰਾਹਮਣਾਂ ਨੂੰ ਦਾਨ, ਬ੍ਰਾਹਮਣ ਉੱਥੇ ਹਜ਼ਾਰਾਂ ਦੀ ਤਾਦਾਦ 'ਚ ਆ ਜਾਂਦੇ, ਫਿਰ ਉਹ ਦਾਨ ਲੈਂਦੇ ਆ ਤੇ ਲੋਕ ਉਹਨਾਂ ਨੂੰ ਦਾਨ ਦਿੰਦੇ ਹਨ। ਜੋ ਜੋ ਦਿਜ ਗੁਰ ਢਿਗ ਜਬ ਆਇਓ, ਉਸ ਵੇਲੇ ਬਹੁਤ ਸਾਰੇ ਬ੍ਰਾਹਮਣ ਗੁਰੂ ਸਾਹਿਬ ਕੋਲ ਵੀ ਆਏ ਵੀ ਸਤਿਗੁਰੂ ਸਾਨੂੰ ਵੀ ਦਿਓ। ਤੇ ਜਿਹੜਾ ਵੀ ਕੋਈ ਆਇਆ ਹੈ, ਪਾਏ ਦਾਨ ਦਾ ਰਿਦਰ ਗਵਾਇਓ, ਮਹਾਰਾਜ ਨੇ ਇੰਨਾ ਕੁ ਦਾਨ ਦੇ ਦਿੱਤਾ ਵੀ ਉਹਨਾਂ ਦੀ ਗਰੀਬੀ ਖਤਮ ਕਰ ਦਿੱਤੀ। ਆਹਾ, 10ਵੇਂ ਪਾਤਸ਼ਾਹ ਜੀ ਦੀ ਬਾਣੀ 'ਚ ਪੰਕਤੀ ਆਉਂਦੀ ਹੈ, ਰੀਝ ਕੈ ਦਾਨ ਦਿਓ ਜਿਨ ਕੋ, ਤਿਨ ਮੰਗਣ ਕੋ ਨਾ ਕਹੂੰ ਮਨ ਕੀਨੋ। ਜਿਹਨੂੰ ਗੁਰੂ ਰੀਝ ਕੇ ਦਾਨ ਦਿੰਦਾ, ਉਹਨੂੰ ਫਿਰ ਹੋਰ ਕਿਸੇ ਕੋਲੋਂ ਮੰਗਣ ਦੀ ਲੋੜ ਹੀ ਨਹੀਂ ਰਹਿੰਦੀ। ਜਿਵੇਂ ਕਲਗੀਧਰ ਪਾਤਸ਼ਾਹ ਵੀ ਸੂਰਜ ਗ੍ਰਹਿਣ ਦੇ ਮੇਲੇ ਤੇ ਆਏ ਸੀ ਨਾ ਕੁਰੂਕਸ਼ੇਤਰ, ਤੇ ਸਤਿਗੁਰੂ ਜੀ ਨੂੰ ਸਾਡੇ ਅੰਬਾਲੇ ਤੋਂ ਘੁਮਿਆਰਾਂ ਨੇ ਇੱਕ ਗਧੀ ਭੇਟਾ ਕਰ ਦਿੱਤੀ ਸੀ। ਸਤਿਗੁਰੂ ਉਹ ਲੈ ਕੇ ਉੱਥੇ ਚਲੇ ਗਏ। ਚੋਜੀ ਪਾਤਸ਼ਾਹ ਦੇ ਚੋਜ ਨਿਆਰੇ ਸੂਰਜ ਕੁੰਡ ਦੇ ਬ੍ਰਹਮ ਸਰੋਵਰ ਦੇ ਕੰਢੇ ਤੇ ਡੇਰਾ ਲਾ ਲਿਆ। ਬਾਹਮਣ ਆਏ, ਸਾਨੂੰ ਦਾਨ ਦਿਓ। ਮਹਾਰਾਜ ਕਹਿੰਦੇ ਭਾਈ ਸਾਡੇ ਕੋਲ ਤਾਂ ਆ ਹੀ ਹੈ। ਉਹ ਕਹਿੰਦੇ ਗਊ ਦਾਨ ਕਰੋ, ਇਹ ਕੀ ਕਰਨੀ? ਮਹਾਰਾਜ ਕਹਿੰਦੇ ਅਸੀਂ ਤਾਂ ਇਹੀ ਕਰਨੀ ਹੈ। ਉੱਤੇ ਖੁਰਜੀ ਪਾਟੀ ਜੀ ਪਾਤੀ ਮਹਾਰਾਜ ਨੇ। ਉਹ ਕੋਈ ਵੀ ਬਾਹਮਣ ਲੈ ਕੇ ਨਾ ਗਿਆ। ਇੱਕ ਬਾਹਮਣੀ ਦਾ ਵਿਧਵਾ ਦਾ ਬੱਚਾ ਸੀਗਾ 12-15 ਸਾਲ ਦਾ, ਉਹ ਸਾਰਾ ਦਿਨ ਮੰਗ ਕੇ ਫਿਰਦਾ ਰਿਹਾ, ਕਿਸੇ ਨੇ ਉਹਨੂੰ ਕੌਡੀ ਨਾ ਦਿੱਤੀ। ਉਹ ਖਾਲੀ ਮਾਂ ਕੋਲ ਗਿਆ ਨਾ ਸ਼ਾਮ ਨੂੰ। ਮਾਂ ਕਹਿੰਦੀ ਪੁੱਤਰ ਕੀ ਲੈ ਕੇ ਆਇਆ ਦਾਨ ਦਛਨਾ? ਕਹਿੰਦਾ ਮਾਤਾ ਮੈਨੂੰ ਕਿਸੇ ਨੇ ਦਿੱਤਾ ਨਹੀਂ, ਪਰ ਇੱਕ ਗੁਰੂ ਆਇਆ ਸੀ, ਉਹ ਕਹਿੰਦਾ ਸੀ ਗਧੀ ਲੈ ਜਾਓ। ਬਾਹਮਣ ਸਾਡੇ ਮੁੱਕ ਕੋਈ ਲੈ ਕੇ ਨਹੀਂ ਆਇਆ, ਮੈਂ ਵੀ ਨਹੀਂ ਲੈ ਕੇ ਆਇਆ। ਮਾਂ ਕਹਿੰਦੀ ਪੁੱਤਰ ਭੱਜ ਕੇ ਜਾ, ਉਹ ਲੈ ਕੇ ਆ। ਉਹਨਾਂ ਦਾ ਦਾਨ ਨਹੀਂ ਮੋੜੀਦਾ, ਜੋ ਵੀ ਦੇਣ। ਤੇ ਮਹਾਰਾਜ ਨੇ ਕਲਾ ਵਰਤਾਈ ਹੋਈ ਸੀ, ਵਿੱਚ 1.25 ਲੱਖ ਰੁਪਈਆ ਉਹਦੇ ਖੁਰਜੀ 'ਚ ਪਾਇਆ, ਉੱਤੇ ਪਾਟੀ ਦੀ ਝੁੱਲ ਪਾਈ ਸੀ। ਜਦੋਂ ਉਹ ਬੱਚਾ ਲੈ ਕੇ ਗਿਆ ਤੇ ਜਾ ਕੇ ਵੇਖਿਆ ਤੇ ਖਜ਼ਾਨੇ ਖੁੱਲ ਗਏ, ਕਿਸਮਤਾਂ ਖੁੱਲ ਗਈਆਂ, ਰਾਜੇ ਬਣ ਗਏ, ਇੰਨਾ ਦਾਨ ਮਿਲ ਗਿਆ। ਤੇ ਜਦੋਂ ਉਹ ਰਾਜਾ ਬਣ ਗਿਆ ਤੇ ਸਾਰੇ ਪੰਡਤ ਮੱਥੇ ਦੇ ਹੱਥ ਮਾਰਨ। ਮਹਾਰਾਜ ਕਹਿੰਦੇ ਉਹ ਟਾਈਮ ਗਿਆ, ਹੁਣ ਤੁਸੀਂ ਗੁਰੂ ਦੇ ਭਰੋਸਾ ਨਹੀਂ ਕੀਤਾ। ਸੋ ਸਾਧ ਸੰਗਤ ਜੀ, ਬਾਹਮਣ ਆਏ ਗੁਰੂ ਤੇਗ ਬਹਾਦਰ ਸਾਹਿਬ ਕੋਲ ਵੀ ਸਾਨੂੰ ਦਾਨ ਦਿਓ। ਮਹਾਰਾਜ ਨੇ ਉਹਨਾਂ ਨੂੰ ਵੀ ਕਿਰਪਾ ਬਖਸ਼ਿਸ਼ ਕੀਤੀ ਹੈ। ਆਸਿਕ ਦੇਤ ਮੁਦਤ ਮਨ ਹੋਏ, ਖੁਸ਼ ਹੋ ਕੇ ਗਏ ਹਨ। ਸਾਧ ਸੰਗਤ ਜੀ, ਗੁਰੂ ਘਰ ਹੁਣ ਕੋਈ ਆਵੇ ਤਾਂ ਆਪਾਂ ਉਹਦਾ ਇਹ ਤਾਂ ਨਹੀਂ ਵੇਖਣਾ ਵੀ ਬਾਹਮਣ ਹੈ ਤੈਨੂੰ ਲੰਗਰ 'ਚ ਪ੍ਰਸ਼ਾਦਾ ਨਹੀਂ ਛਕਾਉਣਾ। ਗੁਰੂ ਘਰ ਸਾਰਿਆਂ ਵਾਸਤੇ ਹੀ ਖੁੱਲ੍ਹਾ ਹੈ। ਸਭ ਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਦਾਨ ਦਿੱਤਾ। ਬਾਣੀ 'ਚ ਬਚਿੱਤਰ ਨਾਟੇ 'ਚ ਲਿਖਦੇ ਨੇ, ਪੁੰਨ ਦਾਨ ਦਿਨ ਕਰਤ ਬਿਤਏ। ਪੁੰਨ ਦਾਨ ਕਰਦੇ ਰਹੇ ਗੁਰੂ ਤੇਗ ਬਹਾਦਰ ਸਾਹਿਬ ਜੀ। ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਿਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵ ਲਿਓ। ਸੋ ਉਹ ਪੁੰਨ ਦਾਨ ਲੋੜਵੰਦਾਂ ਨੂੰ, ਗਰੀਬਾਂ ਨੂੰ, ਜਿਹੜਾ ਵੀ ਆ ਜਾਏ ਨਾ, ਸੱਚੇ ਪਾਤਸ਼ਾਹ ਝੋਲੀ ਭਰ ਕੇ ਤੋਰਦੇ ਹਨ। ਕਹਿਤ ਰਹੇ ਕੀਰਤ ਬਰਸ ਹੋਏ, ਸਾਰੇ ਲੋਕ ਬ੍ਰਾਹਮਣ ਵੀ ਗੁਰੂ ਸਾਹਿਬ ਦੀ ਕੀਰਤੀ ਜਸ ਕਰਦੇ ਰਹੇ। ਰਵ ਨਿਰਮਲ ਤੇ ਬਹੁ ਸਨਾਨੇ। ਫਿਰ ਜਦੋਂ ਸੂਰਜ ਦਾ ਗ੍ਰਹਿਣ ਹਟ ਗਿਆ, ਸੂਰਜ ਸਾਫ਼ ਕਲੀਅਰ ਦਿਸਣ ਲੱਗ ਪਿਆ,
ਫਿਰ ਸਾਰਿਆਂ ਨੇ ਸੂਰਜ ਗ੍ਰਹਿਣ ਦੇ ਨਿਮਿਤ ਇਸ਼ਨਾਨ ਕੀਤਾ ਸਰੋਵਰ ਵਿੱਚ। ਉਤੋ ਜੋ ਪਾਸ ਦੀਨ ਸਭ ਦਾਨੇ। ਤੇ ਜੋ ਜੋ ਕਿਸੇ ਕੋਲ ਦਾਨ ਸੀ ਸਾਰਾ ਦਾਨ ਕਰ ਦਿੱਤਾ। ਹੁਣ ਡੇਰੇ ਮੈਂ ਆਨ ਗੁਸਾਈ। ਫਿਰ ਸਤਿਗੁਰੂ ਡੇਰੇ 'ਚ ਆ ਗਏ। ਖਾਨ ਪਾਨ ਸੁਭ ਕੀਨ ਬਣਾਈ। ਲੰਗਰ ਪ੍ਰਸ਼ਾਦਾ ਬਣਾ ਕੇ ਛਕਿਆ। ਨਿਸਾ ਬਾਸ ਕਰ ਪ੍ਰਾਤ ਬਹੋਰੀ। ਰਾਤ ਰਹੇ ਹਨ ਤੇ ਅਗਲੇ ਦਿਨ ਸਵੇਰੇ ਗਣ ਤੀਰਥ ਮੱਜੇ ਸਭ ਠੌਰੀ। ਸਾਰੇ ਤੀਰਥਾਂ ਦੇ ਦਰਸ਼ਨ ਕਰਕੇ, ਜਿੱਥੇ ਛੇਵੇਂ ਪਾਤਸ਼ਾਹ ਦਾ ਸਥਾਨ ਹੈ, ਪਹਿਲੀ ਪਾਤਸ਼ਾਹੀ ਦਾ ਸਥਾਨ ਹੈ, ਤੀਸਰੀ ਪਾਤਸ਼ਾਹੀ ਦਾ ਸਥਾਨ ਹੈ, ਸਾਰੇ ਸਥਾਨਾਂ ਦੇ ਦਰਸ਼ਨ ਮੇਲੇ ਕੀਤੇ ਹਨ। ਇੱਕ ਦੋ ਦਿਨ ਬਸ ਬਹੁਰ ਬਿਤਾਏ। ਫਿਰ ਉੱਥੋਂ ਹੋਰ ਇੱਕ ਦੋ ਦਿਨ ਰਹਿ ਕੇ ਹੁਣ ਸਤਿਗੁਰ ਤਿਆਰੀ ਕਰਵਾਏ। ਫਿਰ ਗੁਰੂ ਸਾਹਿਬ ਕੁਰਸ਼ੇਤਰ ਤੋਂ ਤੁਰਨ ਦੀ ਤਿਆਰੀ ਕੀਤੀ ਹੈ। ਚੇਤਕ ਸਿੱਖ ਮਿਲੇ ਸੰਗ ਆਏ। ਕਈ ਸਿੱਖ ਨਾਲ ਰਲ ਗਏ ਹਨ, ਸਾਧੂ ਸੰਤ ਮਹਾਤਮਾ ਬੜੇ ਨਾਲ ਤੁਰ ਪਏ ਹਨ। ਅਲਕ ਲਾਭ ਕੋ ਔਰ ਲਖ ਪਾਏ। ਉਹਨਾਂ ਨੇ ਬੜਾ ਲਾਭ ਸਮਝਿਆ ਵੀ ਮਹਾਰਾਜ ਦੇ ਨਾਲ ਯਾਤਰਾ ਕਰਾਂਗੇ। ਗੁਰ ਦਰਸ਼ਨ ਅਰ ਤੀਰਥ ਨਾਨ। ਇੱਕ ਤਾਂ ਗੁਰੂ ਦੇ ਦਰਸ਼ਨ ਕਰਾਂਗੇ, ਇੱਕ ਤੀਰਥਾਂ ਦੀ ਯਾਤਰਾ ਕਰਾਂਗੇ। ਇਸ ਤੇ ਅਪਰ ਨਾ ਵੱਡ ਕਲਿਆ। ਇਸ ਤੋਂ ਵਧੀਆ ਭੁਲਿਆਣ ਵਾਲੀ ਹੋਰ ਕਿਹੜੀ ਗੱਲ ਹੋਵੇਗੀ। ਇੱਕ ਤਾਂ ਤੀਰਥਾਂ ਦੇ ਦਰਸ਼ਨ, ਇੱਕ ਗੁਰੂ ਸਾਹਿਬ ਦੀ ਸੰਗਤ। ਬੜੇ ਖੁਸ਼ ਹੋ ਕੇ ਬਹੁਤ ਸਾਰੇ ਸਾਧੂ ਸੰਤ ਮਹਾਤਮਾ ਗੁਰਸਿੱਖ ਪਿਆਰੇ ਗੁਰੂ ਸਾਹਿਬ ਜੀ ਦੇ ਨਾਲ ਹਮਰਕਾਬ ਹੋ ਪਏ ਹਨ। ਗੁਰੂ ਸਾਹਿਬ ਜੀ ਕਿਸ ਤਰ੍ਹਾਂ ਪੂਰਬ ਦਿਸ਼ਾ ਦੀ ਯਾਤਰਾ ਕਰਨਗੇ, ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ।